ਲੈਂਗੁਏਜ ਕੋਰਨਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੜਾਂਗੇ ਪ੍ਰੋਨਾਊਨਸ ਦੇ ਬਾਰੇ। ਦੇਖੋ ਫਸਟ ਚੈਪਟਰ ਦੇ ਵਿੱਚ ਅਸੀਂ ਜੋ ਹੈ ਨਾउन्स ਦੇ ਬਾਰੇ ਪੜ੍ਹਿਆ ਸੀ ਵੀ ਨਾउन्स ਜੋ ਹੈ ਕਿਸੇ ਪਰਸਨ ਜਾਂ ਕਿਸੇ ਪਲੇਸ ਜਾਂ ਕਿਸੇ ਐਨੀਮਲ ਜਾਂ ਕਿਸੇ ਥਿੰਗ ਯਾਨੀ ਕਿ ਚੀਜ਼ ਦੇ ਨਾਂ ਨੂੰ ਅਸੀਂ ਨਾउन ਜੋ ਹੈ ਕਹਿੰਦੇ ਹਾਂ। ਹੁਣ ਜੋ ਇਹ ਪ੍ਰੋਨਾउन ਵਰਡ ਹੈ ਇਹ ਵਰਡ ਅਸੀਂ ਸੈਂਟੈਂਸ ਦੇ ਵਿੱਚ ਕਦੋਂ ਯੂਜ਼ ਕਰਨਾ ਹੈ? ਜਦੋਂ ਅਸੀਂ ਨਾउन ਦੇ ਨਾਂ ਨੂੰ, ਠੀਕ ਹੈ, ਜੋ ਨਾउन ਦਾ ਜੋ ਵਰਡ ਹੋਏਗਾ ਉਸ ਨੂੰ ਅਗਰ ਅਸੀਂ ਰਿਪਲੇਸ ਕਰਨਾ ਹੈ, ਉਹਦੀ ਥਾਂ ਤੇ ਜੋ ਸ਼ਬਦ ਅਸੀਂ ਵਰਤਾਂਗੇ ਉਹਨਾਂ ਨੂੰ ਅਸੀਂ ਪ੍ਰੋਨਾउन ਕਹਿੰਦੇ ਹਾਂ। ਵੀ ਸਿੰਪਲ ਜੀ ਹੁਣ ਡੈਫੀਨੇਸ਼ਨ ਹੈ ਵੀ ਨਾउन ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਅਸੀਂ ਪ੍ਰੋਨਾउन ਕਹਿੰਦੇ ਹਾਂ। ਹੁਣ ਐਗਜ਼ਾਮਪਲ ਦੇ ਰਾਹੀਂ ਸਮਝਦੇ ਹਾਂ ਵੀ ਐਕਚੁਅਲ ਦੇ ਵਿੱਚ ਪ੍ਰੋਨਾउन ਕੀ ਹਨ ਤੇ ਅਸੀਂ ਇਹਦਾ ਯੂਜ਼ ਕਿਵੇਂ ਕਰ ਸਕਦੇ ਹਾਂ। ਹਾਂਜੀ, ਸਾਡੇ ਕੋਲ ਐਗਜ਼ਾਮਪਲ ਹੈ ਪੋਲੀ ਵੈਂਟ ਟੂ ਦਾ ਮਾਰਕੀਟ। ਵੀ ਪੋਲੀ ਨਾਂ ਦੀ ਕੁੜੀ ਹੈ ਉਹ ਜੋ ਹੈ ਬਾਜ਼ਾਰ ਯਾਨੀ ਕਿ ਮਾਰਕੀਟ ਗਈ ਸੀ, ਠੀਕ ਹੈ। ਤਾਂ ਇੱਥੇ ਜੋ ਪੋਲੀ ਹੈ ਨਾ ਉਹ ਕਿਸੇ ਪਰਸਨ ਦਾ ਨਾਂ ਹੈ। ਇਟ ਮੀਨਸ ਜੋ ਪੋਲੀ ਹੈ ਉਹ ਨਾउन ਹੈ। ਹਾਂਜੀ, ਅੱਗੇ ਹੈ ਸ਼ੀ ਮੈਟ ਹਰ ਫਰੈਂਡ ਮੋਲੀ ਦੇਅਰ। ਵੀ ਉੱਥੇ ਜੋ ਹੈ ਪੋਲੀ ਨੂੰ ਜੋ ਹੈ ਉਹਦੀ ਫਰੈਂਡ ਮਿਲੀ ਜਿਹਦਾ ਨਾਂ ਮੋਲੀ ਸੀ। ਇੱਥੇ ਜੋ ਸ਼ੀ ਹੈ ਤੇ ਹਰ ਹੈ। ਸ਼ੀ ਜੋ ਹੈ ਇਹ ਵਰਡ ਯੂਜ਼ ਹੋਇਆ ਹੈ ਪੋਲੀ ਵਾਸਤੇ ਤੇ ਜੋ ਹਰ ਹੈ ਉਹ ਯੂਜ਼ ਹੋਇਆ ਹੈ ਮੋਲੀ ਵਾਸਤੇ। ਤੇ ਜੋ ਪੋਲੀ ਹੈ ਤੇ ਜੋ ਮੋਲੀ ਹੈ ਇਹ ਦੋਵੇਂ ਜੋ ਹੈ ਪਰਸਨਸ ਦੇ ਨਾਂ ਨੇ, ਯਾਨੀ ਕਿ ਕਿਸੇ ਬੰਦੇ ਦਾ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਗਰਲਸ ਦੇ ਜੋ ਹੈ ਇਹ ਨਾਂ ਨੇ, ਠੀਕ ਹੈ। ਤਾਂ ਹੁਣ ਅਗਰ ਗਰਲਸ ਦੇ ਨਾਂ ਹੈ ਇਟ ਮੀਨਸ ਇਹ ਨਾउन ਹੈ। ਨਾउन ਨੂੰ ਇੱਥੇ ਰਿਪਲੇਸ ਕੀਤਾ ਹੈ ਜਾਂ ਨਾउन ਦੀ ਥਾਂ ਤੇ ਇੱਥੇ ਅਸੀਂ ਵਰਡਸ ਯੂਜ਼ ਕੀਤੇ ਹੈ ਸ਼ੀ ਅਤੇ ਹਰ, ਠੀਕ ਹੈ, ਸ਼ੀ ਐਂਡ ਹਰ। ਤਾਂ ਸ਼ੀ ਜੋ ਹੈ ਉਹ ਪੋਲੀ ਵਾਸਤੇ ਪ੍ਰੋਨਾउन ਹੈ ਤੇ ਹਰ ਜੋ ਹੈ ਉਹ ਮੋਲੀ ਵਾਸਤੇ ਪ੍ਰੋਨਾउन ਹੈ ਸੈਂਟੈਂਸ ਦੇ ਵਿੱਚ। ਨੈਕਸਟ, ਦੇ ਬੋਥ ਸਪੈਂਡ देयर ਟਾਈਮ ਟੁਗੇਦਰ ਐਂਡ ਇੰਜੋਇਡ ਅ ਲੋਟ। ਉਹਨਾਂ ਦੋਵਾਂ ਨੇ ਜੋ ਹੈ ਆਪਣਾ ਸਮਾਂ ਬਿਤਾਇਆ ਤੇ ਇੰਜੋਏ ਕੀਤਾ। ਇੱਥੇ ਜੋ ਦੇ ਹੈ THEY, ਇੱਥੇ ਜੋ ਦੇ ਹੈ ਇਹ ਦੋਵਾਂ ਵਾਸਤੇ ਯੂਜ਼ ਹੋਇਆ ਹੈ, ਯਾਨੀ ਕਿ ਪੋਲੀ ਐਂਡ ਮੋਲੀ। ਇੱਥੇ ਦੋਵਾਂ ਦੇ ਵਾਸਤੇ ਦੇ ਜੋ ਹੈ ਯੂਜ਼ ਹੋਇਆ ਹੈ THEY। ਤਾਂ ਜੋ ਦੇ ਹੈ ਉਹ ਜੋ ਹੈ ਪ੍ਰੋਨਾउन ਹੈ ਕਿਉਂਕਿ ਉਹ ਨਾउन्स ਪੋਲੀ ਐਂਡ ਮੋਲੀ ਦੀ ਥਾਂ ਤੇ ਯੂਜ਼ ਹੋਇਆ ਹੈ। ਦੇ ਬੋਥ ਸਪੈਂਡ देयर ਟਾਈਮ ਟੁਗੇਦਰ। ਵੀ ਉਹਨਾਂ ਨੇ ਆਪਣਾ ਸਮਾਂ, ਹੁਣ ਆਪਣਾ ਸਮਾਂ ਕਿਹਦਾ ਹੈ? ਪੋਲੀ ਐਂਡ ਮੋਲੀ ਦਾ ਹੈ। ਤਾਂ ਇੱਥੇ ਜੋ THEIR ਯੂਜ਼ ਹੋਇਆ ਹੈ देयर, ਇਹ ਵੀ ਜੋ ਹੈ ਪੋਲੀ ਤੇ ਮੋਲੀ ਦਾ ਜੋ ਸਮਾਂ ਹੈ ਉਹਦੇ ਵਾਸਤੇ ਯੂਜ਼ ਹੋਇਆ, ਪੋਲੀ ਐਂਡ ਮੋਲੀ ਵਾਸਤੇ। ਤਾਂ ਇਹ ਵੀ ਜੋ ਹੈ ਇੱਕ ਪ੍ਰੋਨਾउन ਹੈ ਕਿਉਂਕਿ ਇਹ ਪੋਲੀ ਐਂਡ ਮੋਲੀ ਨਾਂ ਦਾ ਜੋ ਨਾउन ਹੈ ਉਸ ਨੂੰ ਰਿਪਲੇਸ ਕਰ ਰਿਹਾ ਹੈ। ਆਈ ਹੋਪ ਕਿ ਤੁਹਾਨੂੰ ਜੋ ਹੈ ਪ੍ਰੋਨਾउन ਬਾਰੇ ਕੁਝ ਅੰਦਾਜ਼ਾ ਲੱਗ ਗਿਆ ਹੋਣਾ ਹੈ। ਬਾਕੀ ਅਸੀਂ ਡਿਟੇਲ ਦੇ ਵਿੱਚ ਸਾਨੂੰ ਕੁਝ ਸੈਂਟੈਂਸਿਸ ਦਿੱਤੇ ਗਏ ਹੈ, ਉਹਨਾਂ ਦੇ ਰਾਹੀਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। The underlined words used in the place of nouns are pronouns। ਇਹਨਾਂ ਨੇ ਇਹ ਕਿਹਾ ਹੈ ਵੀ ਥੱਲੇ ਜਿਨ੍ਹਾਂ ਦੇ ਜੋ ਹੈ ਇੱਕ ਲਾਈਨ ਲਗਾਈ ਗਈ ਹੈ, ਚਾਹੇ ਉਹ ਸ਼ੀ ਹੈ, ਚਾਹੇ ਹਰ ਹੈ, ਚਾਹੇ ਦੇ ਹੈ, ਚਾਹੇ ਦੇਅਰ ਹੈ, ਇਹ ਸਾਰੇ ਜੋ ਅੰਡਰਲਾਈਨਡ ਵਰਡਸ ਨੇ ਜਿਨ੍ਹਾਂ ਦੇ ਥੱਲੇ ਲਾਈਨ ਲੱਗੀ ਹੋਈ ਹੈ ਇਹ ਜੋ ਹੈ ਪ੍ਰੋਨਾउंस ਨੇ ਕਿਉਂਕਿ ਇਹ ਨਾउन ਦੀ ਥਾਂ ਤੇ ਵਰਤੇ ਗਏ ਨੇ। ਹਾਂਜੀ, ਹੁਣ ਅਸੀਂ ਜੋ ਹੈ ਕੁਝ ਇੱਕ ਸੈਂਟੈਂਸਿਸ ਦੇ ਵਿੱਚ ਪ੍ਰੋਨਾउंस ਨੂੰ ਅੰਡਰਲਾਈਨ ਕਰਨਾ ਹੈ। ਰੀਡ ਦਾ ਫੋਲੋਇੰਗ ਸੈਂਟੈਂਸਿਸ। ਵੀ ਇਹਨਾਂ ਸੈਂਟੈਂਸਿਸ ਨੂੰ ਰੀਡ ਕਰੋ ਤੇ ਉਸ ਤੋਂ ਬਾਅਦ ਜੋ ਪ੍ਰੋਨਾउंस ਨੇ ਉਹਨਾਂ ਨੂੰ ਅੰਡਰਲਾਈਨ ਕਰੋ। ਦੇਖੋ ਫਸਟ ਇੱਕ ਗੱਲ ਮੈਂ ਪਹਿਲਾਂ ਹੀ ਦੱਸਦਾ ਤੁਹਾਨੂੰ ਵੀ ਜੋ ਮੇਲ ਹੁੰਦੇ ਹੈ ਯਾਨੀ ਕਿ ਜੋ ਆਦਮੀ ਹੁੰਦੇ ਹੈ, ਮੁੰਡੇ ਹੁੰਦੇ ਹੈ, ਉਹਨਾਂ ਵਾਸਤੇ ਅਸੀਂ ਜੋ ਪ੍ਰੋਨਾउन ਯੂਜ਼ ਕਰਦੇ ਹਾਂ ਉਹ ਹੁੰਦਾ ਹੈ ਹੀ, HE, ਹੀ। ਤੇ ਜੋ ਕੁੜੀਆਂ ਹੁੰਦੀਆਂ ਹੈ ਜਾਂ ਲੇਡੀਜ਼ ਹੁੰਦੀਆਂ ਹੈ ਉਹਨਾਂ ਵਾਸਤੇ ਅਸੀਂ ਪ੍ਰੋਨਾउन ਯੂਜ਼ ਕਰਦੇ ਹਾਂ ਸ਼ੀ, SHE। ਤੇ ਇਸ ਤੋਂ ਇਲਾਵਾ ਜਦ ਅਸੀਂ ਐਨੀਮਲਸ ਦੀ, ਜਾਨਵਰਾਂ ਦੀ ਗੱਲ ਕਰਨੀ ਹੈ
ਜਾਨਵਰਾਂ ਵਾਸਤੇ ਐਨੀਮਲਸ ਵਾਸਤੇ ਅਸੀਂ ਪ੍ਰੋਨਾਊਨ ਯੂਜ਼ ਕਰਨਾ ਹੈ ਇਟ, ਠੀਕ ਹੈ। ਜਾਨਵਰਾਂ ਵਾਸਤੇ ਅਸੀਂ ਹੀ ਜਾਂ ਸ਼ੀ ਜੋ ਹੈ ਪ੍ਰੋਨਾਊਨ ਯੂਜ਼ ਨਹੀਂ ਕਰਦੇ ਹਾਂ, ਅਸੀਂ ਇਟ ਯੂਜ਼ ਕਰਦੇ ਹਾਂ। ਹਾਂਜੀ, ਮੋਹਨ ਇਜ਼ ਸਟੱਡਿੰਗ ਇਨ ਕਲਾਸ 5th, ਹੀ ਇਜ਼ ਵੈਰੀ ਹਾਰਡ ਵਰਕਿੰਗ। ਵੀ ਜੋ ਮੋਹਨ ਹੈ ਉਹ 5ਵੀਂ ਕਲਾਸ 'ਚ ਪੜ੍ਹਦਾ ਹੈ ਅਤੇ ਉਹ ਜੋ ਹੈ ਮੋਹਨ ਉਹ ਕਾਫੀ ਮਿਹਨਤੀ ਹੈ, ਠੀਕ ਹੈ। ਹਾਰਡ ਵਰਕਿੰਗ ਨੂੰ ਅਸੀਂ ਮਿਹਨਤੀ ਕਹਿ ਸਕਦੇ ਹਾਂ, ਵੀ ਕਾਫੀ ਜ਼ਿਆਦਾ ਜੋ ਹੈ ਉਹ ਹਾਰਡ ਵਰਕ ਕਰਦਾ ਹੈ, ਮਿਹਨਤ ਕਰਦਾ ਹੈ। ਅਤੇ ਇੱਥੇ ਦੇਖੋ ਜ਼ਰਾ ਧਿਆਨ ਨਾਲ ਦੇਖਣਾ, ਜੋ ਮੋਹਨ ਨਾਂ ਦਾ ਜੋ ਨਾਊਨ ਹੈ, ਮੋਹਨ ਕਿਸੇ ਪਰਸਨ ਦਾ ਨਾਂ ਹੈ ਅਤੇ ਕਿਸੇ ਪਰਸਨ ਦੇ ਨਾਂ ਨੂੰ ਅਸੀਂ ਨਾਊਨ ਕਹਿੰਦੇ ਹੁੰਦੇ ਹਾਂ, ਠੀਕ ਹੈ। ਹੁਣ ਮੋਹਨ ਨੂੰ ਸੈਕਿੰਡ ਸੈਂਟੈਂਸ ਦੇ ਵਿੱਚ ਜੋ ਮੋਹਨ ਨਾਂ ਦਾ ਵਰਡ ਹੈ ਉਸ ਨੂੰ ਰਿਪਲੇਸ ਕੀਤਾ ਹੈ ਹੀ ਨੇ। ਹੀ ਇਜ਼ ਵੈਰੀ ਹਾਰਡ ਵਰਕਿੰਗ। ਇਟ ਮੀਨਸ ਇੱਥੇ ਗੱਲ ਤਾਂ ਮੋਹਨ ਦੀ ਹੀ ਹੋ ਰਹੀ ਹੈ, ਪਰ ਮੋਹਨ ਦਾ ਨਾਂ ਨਹੀਂ ਲਿੱਤਾ ਜਾ ਰਿਹਾ ਹੈ। ਮੋਹਨ ਦਾ ਜੋ ਨਾਂ ਹੈ ਉਹ ਨਹੀਂ ਲਿੱਤਾ ਗਿਆ ਹੈ। ਸੈਕਿੰਡ ਸੈਂਟੈਂਸ ਹੀ ਇਜ਼ ਵੈਰੀ ਹਾਰਡ ਵਰਕਿੰਗ ਦੇ ਵਿੱਚ ਉਹਨਾਂ ਨੇ ਹੀ ਦੇ ਨਾਲ ਮੋਹਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਹੀ ਜੋ ਹੈ ਉਹ ਨਾਊਨ ਮੋਹਨ ਨੂੰ ਰਿਪਲੇਸ ਕਰ ਰਿਹਾ ਹੈ, ਤਾਂ ਹੀ ਜੋ ਹੈ ਉਹ ਪ੍ਰੋਨਾਊਨ ਹੈ। ਸੈਕਿੰਡ, ਰਜਤ ਇਜ਼ ਗੋਇੰਗ ਟੂ ਹਿਜ਼ ਅੰਕਲਸ ਹਾਊਸ। ਜੋ ਰਜਤ ਹੈ ਉਹ ਆਪਣੇ ਅੰਕਲ ਦੇ ਘਰ ਜਾ ਰਿਹਾ ਹੈ। ਹਿਜ਼ ਅੰਕਲ ਇਜ਼ ਏ ਫਾਰਮਰ, ਅਤੇ ਉਹਦੇ ਅੰਕਲ ਜੋ ਹੈ ਉਹ ਕਿਸਾਨ ਨੇ। ਹੁਣ ਜ਼ਰਾ ਧਿਆਨ ਨਾਲ ਦੇਖਣਾ, ਇੱਥੇ ਅੰਕਲ ਦਾ ਨਾਂ ਜੋ ਹੈ ਨਾਂ ਦੱਸ ਕੇ ਉਹਨਾਂ ਨੇ ਹਿਜ਼ ਅੰਕਲ ਕਿਹਾ ਹੈ, ਤਾਂ ਇੱਥੇ ਜੋ ਹਿਜ਼ ਹੈ ਉਹ ਜੋ ਹੈ ਅੰਕਲ ਦੇ ਨਾਂ ਨੂੰ ਰਿਪਲੇਸ ਕਰ ਰਿਹਾ ਹੈ। ਅੰਕਲ ਦਾ ਕੋਈ ਨਾ ਕੋਈ ਨਾਂ ਤਾਂ ਹੋਏਗਾ ਹੀ ਹੋਏਗਾ, ਠੀਕ ਹੈ, ਪਰ ਇੱਥੇ ਅੰਕਲ ਦਾ ਨਾਂ ਜੋ ਹੈ ਨਾਂ ਦੱਸ ਕੇ ਉਹਨਾਂ ਨੇ ਹਿਜ਼ ਜੋ ਹੈ ਹਿਜ਼ ਅੰਕਲ ਵਰਡ ਯੂਜ਼ ਕੀਤਾ ਹੈ। ਤਾਂ ਇੱਥੇ ਜੋ ਹਿਜ਼ ਹੈ ਉਹ ਪ੍ਰੋਨਾਊਨ ਹੈ ਜੋ ਕਿ ਅੰਕਲ ਦੇ ਨਾਂ ਦੀ ਥਾਂ 'ਤੇ ਵਰਤਿਆ ਗਿਆ ਹੈ। ਹਾਂਜੀ, ਥਰਡ ਹੈ ਮਾਈ ਮਦਰ ਇਜ਼ ਗੋਇੰਗ ਟੂ ਦਾ ਮਾਰਕੀਟ, ਸ਼ੀ ਵਿਲ ਬਾਏ ਅ ਨਿਊ ਡਰੈਸ ਫੋਰ ਮੀ। ਮੇਰੀ ਮਾਤਾ ਜੀ ਜੋ ਹੈ ਮਾਰਕੀਟ ਜਾ ਰਹੇ ਨੇ ਅਤੇ ਉਹ ਜੋ ਹੈ ਮਤਲਬ ਮੇਰੀ ਮਾਤਾ ਜੀ ਮੇਰੇ ਵਾਸਤੇ ਨਵੀਂ ਡਰੈਸ ਖਰੀਦ ਕੇ ਲੈ ਕੇ ਆਉਣਗੇ। ਹੁਣ ਇੱਥੇ ਜ਼ਰਾ ਧਿਆਨ ਨਾਲ ਦੇਖਣਾ ਵੀ ਇਹਨਾਂ ਨੇ ਮਾਤਾ ਜੀ ਦਾ ਜੋ ਨਾਂ ਹੈ ਉਸ ਨੂੰ ਦੱਸਿਆ ਨਹੀਂ ਹੈ। ਮਾਤਾ ਜੀ ਦੇ ਨਾਂ ਨੂੰ ਰਿਪਲੇਸ ਕੀਤਾ ਗਿਆ ਹੈ ਮਾਏ ਮਦਰ ਦੇ ਨਾਲ। ਤਾਂ ਇੱਥੇ ਜੋ ਮਾਏ ਹੈ, ਠੀਕ ਹੈ, ਇਹ ਜੋ ਹੈ ਜੋ ਮਾਤਾ ਜੀ ਦਾ ਨਾਂ ਹੈ ਉਸ ਨੂੰ ਰਿਪਲੇਸ ਕਰ ਰਿਹਾ ਹੈ ਮਾਏ ਮਦਰ। ਮਾਏ ਜੋ ਹੈ ਉਹ ਮਾਤਾ ਜੀ ਦੇ ਨਾਂ ਦੀ ਥਾਂ 'ਤੇ ਆਇਆ ਹੈ, ਤਾਂ ਉਹ ਜੋ ਹੈ ਪ੍ਰੋਨਾਊਨ ਹੈ। ਹੁਣ ਇੱਦਾਂ ਹੀ ਇਹਨਾਂ ਨੇ ਅੱਗੇ ਕੀ ਲਿਖਿਆ ਹੈ ਸੈਕਿੰਡ ਸੈਂਟੈਂਸ ਦੇ ਵਿੱਚ, ਸ਼ੀ ਵਿਲ ਬਾਏ ਅ ਨਿਊ ਡਰੈਸ ਫੋਰ ਮੀ। ਜੋ ਸ਼ੀ ਹੈ ਉਹ ਮਾਤਾ ਜੀ ਵਾਸਤੇ ਹੀ ਯੂਜ਼ ਹੋਇਆ ਹੈ, ਅਤੇ ਜੋ ਮਾਤਾ ਜੀ ਦਾ ਨਾਂ ਹੈ ਉਹ ਇੱਕ ਨਾਊਨ ਹੈ। ਨਾਊਨ ਦੀ ਥਾਂ 'ਤੇ ਅਸੀਂ ਸ਼ੀ ਯੂਜ਼ ਕਰ ਰਹੇ ਹਾਂ, ਇਟ ਮੀਨਸ ਕਿ ਇਹ ਜੋ ਹੈ ਪ੍ਰੋਨਾਊਨ ਹੈ। ਨੈਕਸਟ ਜੋ ਮੀ ਯੂਜ਼ ਹੋਇਆ ਹੈ, ਮੀ ਯਾਨੀ ਕਿ ਜੋ ਵੀ ਮਤਲਬ ਮਾਤਾ ਜੀ ਦੀ ਜੋ ਵੀ ਬੇਟੀ ਹੈ, ਠੀਕ ਹੈ, ਉਹ ਆਪਣੇ ਬਾਰੇ ਬੇਟੀ ਜਾਂ ਜੋ ਵੀ ਬੇਟਾ ਹੈ ਜੋ ਵੀ ਹੈ, ਤਾਂ ਜੋ ਇਸ ਸੈਂਟੈਂਸ ਨੂੰ ਦੱਸ ਰਿਹਾ ਹੈ, ਠੀਕ ਹੈ, ਆਪਣੇ ਬਾਰੇ ਦੱਸ ਰਿਹਾ ਹੈ, ਉਹ ਜੋ ਹੈ ਯੂਜ਼ ਕਰ ਰਿਹਾ ਹੈ ਪ੍ਰੋਨਾਊਨ ਮੀ। ਸਮਝ ਰਹੇ ਹੋ ਨਾ ਵੀ ਜੋ ਵੀ ਮਾਤਾ ਜੀ ਦਾ ਬੇਟਾ ਜਾਂ ਬੇਟੀ ਹੈ ਜੋ ਆਪਣੇ ਬਾਰੇ ਦੱਸ ਰਿਹਾ ਹੈ, ਡਰੈਸ ਦੀ ਗੱਲ ਹੋ ਰਹੀ ਹੈ ਤਾਂ ਬੇਟੀ ਦੀ ਹੀ ਗੱਲ ਹੋ ਰਹੀ ਹੋਏਗੀ ਸ਼ਾਇਦ। ਤਾਂ ਇੱਥੇ ਜੋ ਬੇਟੀ ਹੈ ਉਸ ਦਾ ਨਾਂ ਨਹੀਂ ਜੋ ਹੈ ਦੱਸਿਆ ਗਿਆ ਹੈ, ਪਰ ਉਹਦੇ ਵਾਸਤੇ ਵਰਡ ਯੂਜ਼ ਹੋਇਆ ਹੈ ਮੀ। ਤਾਂ ਬੇਟੀ ਦੇ ਨਾਂ ਨੂੰ ਰਿਪਲੇਸ ਕੀਤਾ ਹੈ ਮੀ ਨੇ, ਤਾਂ ਮੀ ਜੋ ਹੈ ਉਹ ਪ੍ਰੋਨਾਊਨ ਹੈ ME। ਨੈਕਸਟ ਹੈ ਐਨ ਐਲੀਫੈਂਟ ਇਜ਼ ਅ ਬਿਗ ਐਨੀਮਲ, ਇਟ ਹੈਜ਼ ਅ ਵੈਰੀ ਲੌਂਗ ਟਰੰਕ। ਦੇਖੋ ਇਹਨਾਂ ਨੇ ਕਿਹਾ ਹੈ ਵੀ ਜੋ ਹਾਥੀ ਹੈ ਉਹ ਇੱਕ ਬੜਾ ਹੀ ਵੱਡਾ ਜਾਨਵਰ ਹੁੰਦਾ ਹੈ, ਠੀਕ ਹੈ। ਇਟ ਹੈਜ਼ ਅ ਵੈਰੀ ਲੌਂਗ ਟਰੰਕ, ਅਤੇ ਇਸ ਦੀ ਜੋ ਹੈ ਬੜੀ ਲੰਬੀ ਸੁੰਡ ਹੁੰਦੀ ਹੈ। ਹੁਣ ਐਲੀਫੈਂਟ ਜੋ ਹੈ ਉਹ ਜਾਨਵਰ ਹੈ, ਮੈਂ ਪਹਿਲਾਂ ਹੀ ਦੱਸਿਆ ਸੀ ਜਾਨਵਰ ਵਾਸਤੇ ਐਨੀਮਲ ਵਾਸਤੇ ਅਸੀਂ ਜੋ ਪ੍ਰੋਨਾਊਨ ਯੂਜ਼ ਕਰਾਂਗੇ ਉਹ ਹੋਏਗਾ ਇਟ, ਠੀਕ ਹੈ, ਅਤੇ ਤਾਂ ਹੀ ਇਹਨਾਂ ਨੇ ਇਟ ਯੂਜ਼ ਕੀਤਾ ਹੈ। ਇੱਥੇ ਇਟ ਐਲੀਫੈਂਟ ਵਾਸਤੇ ਯੂਜ਼ ਹੋਇਆ ਹੈ, ਐਨੀਮਲ ਦੇ ਨਾਂ ਦੀ ਥਾਂ 'ਤੇ ਅਸੀਂ ਇਟ ਦਾ ਯੂਜ਼ ਕੀਤਾ ਹੈ, ਤਾਂ ਇਟ ਜੋ ਹੈ ਇੱਥੇ ਪ੍ਰੋਨਾਊਨ ਹੈ। ਨੈਕਸਟ ਹੈ ਮਨਜੀਤ ਐਂਡ ਆਈ ਆਰ ਫਰੈਂਡਸ, ਵੀ ਵਿਲ ਪਲੇ ਫੁੱਟਬਾਲ ਟੂਡੇ। ਵੀ ਮਨਜੀਤ ਅਤੇ ਮੈਂ ਜੋ ਹੈ ਦੋਸਤ ਹਾਂ
ਤੇ ਅਸੀਂ ਅੱਜ ਫੁੱਟਬਾਲ ਖੇਲਾਂਗੇ। देखो मनजीत जो है एक नाउन है क्योंकि वो किसी पर्सन का ना है। तो जो आई है ना, ਹੁਣ ਇਹ ਜੋ ਵੀ ਸੈਂਟੈਂਸ ਜੋ ਹੈ ਬੋਲ ਰਿਹਾ ਹੈ, ਠੀਕ ਹੈ, ਉਸਨੇ ਆਪਣੇ ਨਾਂ ਨੂੰ ਜੋ ਹੈ ਆਈ ਦੇ ਨਾਲ ਰਿਪਲੇਸ ਕਰ ਦਿੱਤਾ ਹੈ। ਤਾਂ ਆਈ ਜੋ ਹੈ ਕਿਸੇ ਪਰਸਨ ਦਾ ਹੀ ਨਾਂ ਹੋਏਗਾ, ਠੀਕ ਹੈ, ਤੇ ਆਈ ਜੋ ਹੈ ਉਸ ਪਰਸਨ ਦੇ ਨਾਂ ਨੂੰ ਰਿਪਲੇਸ ਕਰ ਰਿਹਾ ਹੈ। ਇਟ ਮੀਨਸ ਜੋ ਆਈ ਹੈ ਉਹ ਨਾउन ਨੂੰ ਰਿਪਲੇਸ ਕਰ ਰਿਹਾ ਹੈ ਤੇ ਇਹ ਜੋ ਹੈ ਪ੍ਰੋਨਾउन ਹੈ। ਸੈਕਿੰਡ, ਵੀ ਵਿਲ ਪਲੇ ਫੁੱਟਬਾਲ ਟੂਡੇ। ਹੁਣ ਇੱਥੇ ਜੋ ਵੀ ਹੈ ਨਾ ਉਹ ਮਨਜੀਤ ਐਂਡ ਆਈ ਵਾਸਤੇ ਯੂਜ਼ ਹੋਇਆ ਹੈ। ਤਾਂ ਜੋ ਵੀ ਹੈ WE, ਇਹ ਜੋ ਹੈ ਦੋ ਨਾउन्स ਮਨਜੀਤ ਐਂਡ ਆਈ ਕਿਸੇ ਬੰਦੇ ਦਾ ਨਾਂ ਤਾਂ ਹੋਣਾ ਹੀ ਹੈ, ਠੀਕ ਹੈ। ਤਾਂ ਜੋ ਵੀ ਹੈ ਉਹ ਨਾउन्स ਨੂੰ ਰਿਪਲੇਸ ਕਰ ਰਿਹਾ ਹੈ ਤੇ ਇੱਥੇ ਜੋ ਵੀ ਹੈ ਉਹ ਪ੍ਰੋਨਾउन ਹੈ। ਹਾਂਜੀ, ਸਿਕਸਥ ਹੈ, these flowers are very beautiful, they smell very good। ਇਸ ਨੂੰ ਜ਼ਰਾ ਧਿਆਨ ਨਾਲ ਸਮਝਣਾ। ਇਹਨਾਂ ਨੇ ਕਿਹਾ ਹੈ these flowers, ਵੀ ਇਹ ਫਲਾਵਰਸ। ਹੁਣ ਇਹ ਜੋ ਫਲਾਵਰਸ ਹੈ, ਹੁਣ ਇਹਨਾਂ ਫਲਾਵਰਸ ਦਾ ਕੋਈ ਨਾ ਕੋਈ ਤਾਂ ਨਾਂ ਹੋਣਾ ਹੈ। अगर डिफरेंट ये जो फ्लावर्स हैं, ठीक है, मान लो कोई जो है रोज़ है यानी कि गुलाब का फुल है, या कोई होर जो है फुल है, ठीक है, चमेली का फुल है, गुलाब का है, कई सारे फुल ने, ठीक है। उन्होंने सारे फुलों के नां नूं इन्हां ने रिप्लेस कर दिता है दीज फ्लावर्स के नाल। तो इत्थे जो दीज है ना वो फ्लावर्स के जो नां ने डिफरेंट उन्हां दी थां ते वरतिया गया है, मतलब उन्हां दे नां नूं रिप्लेस किया गया है दीज वर्ड के नाल। दीज जो है वो किसी ਨਾਂ ਨੂੰ रिप्लेस कर रहा है, यानी कि नाउन ਨੂੰ जो है रिप्लेस कर रहा है। तो दीज जो है वो प्रोनाउन है। ਅੱਗੇ ਇਹਨਾਂ ਨੇ ਕਿਹਾ ਹੈ ਦੇ ਸਮੈਲ ਵੈਰੀ ਗੁੱਡ। ਉਹ ਜੋ ਹੈ ਉਹਨਾਂ ਦੇ ਵਿੱਚੋਂ ਬੜੀ ਹੀ ਚੰਗੀ ਜੋ ਹੈ ਇੱਕ ਸਮੈਲ ਆਉਂਦੀ ਹੈ, ਯਾਨੀ ਕਿ ਖੁਸ਼ਬੂ ਆਉਂਦੀ ਹੈ। ਤਾਂ ਇੱਥੇ ਜੋ ਦੇ ਹੈ ਉਹ ਫਲਾਵਰਸ ਵਾਸਤੇ ਯੂਜ਼ ਹੋਇਆ ਹੈ। ਇਟ ਮੀਨਸ ਕਿ ਜੋ ਦੇ ਹੈ ਉਹ ਕਿਸੇ ਥਿੰਗ ਯਾਨੀ ਕਿ ਕਿਸੇ ਚੀਜ਼ ਵਾਸਤੇ ਯੂਜ਼ ਹੋ ਰਿਹਾ ਹੈ। ਤਾਂ ਨਾउन ਤੁਹਾਨੂੰ ਪਤਾ ਹੀ ਹੋਏਗਾ ਵੀ ਅਸੀਂ ਨਾउन ਦੇ ਵਿੱਚ ਥਿੰਗਸ ਨੂੰ ਵੀ ਕਾਊਂਟ ਕਰਦੇ ਹੁੰਦੇ ਹਾਂ। ਤਾਂ ਹੁਣ ਥਿੰਗਸ ਨੂੰ ਰਿਪਲੇਸ ਕਰ ਰਿਹਾ ਹੈ ਜੋ ਹੈ ਉਹ ਹੈ ਦੇ। ਤਾਂ ਦੇ ਜੋ ਹੈ ਉਹ ਪ੍ਰੋਨਾउन ਹੈ। ਹਾਂਜੀ, ਨੈਕਸਟ ਹੈ ਰਣਜੀਤ ਐਂਡ ਸੋਨੀਆ ਆਰ ਨੋਟ ਈਟਿੰਗ ਐਨੀਥਿੰਗ, ਦੇ ਆਰ ਨੋਟ ਫੀਲਿੰਗ ਵੈਲ। ਰਣਜੀਤ ਅਤੇ ਸੋਨੀਆ ਜੋ ਹੈ ਉਹ ਕੁਝ ਵੀ ਖਾ ਨਹੀਂ ਰਹੇ ਨੇ। ਦੇ ਆਰ ਨੋਟ ਫੀਲਿੰਗ ਵੈਲ, ਉਹਨਾਂ ਨੂੰ ਜਾਂ ਫਿਰ ਇੱਦਾਂ ਕਹਿ ਸਕਦੇ ਹਾਂ ਉਹਨਾਂ ਦੀ ਜੋ ਤਬੀਅਤ ਹੈ ਉਹ ਠੀਕ ਨਹੀਂ ਹੈ, ਉਹ ਚੰਗਾ ਮਹਿਸੂਸ ਨਹੀਂ ਕਰ ਰਹੇ ਨੇ। ਹਾਂਜੀ, ਹੁਣ ਇੱਥੇ ਰਣਜੀਤ ਤੇ ਸੋਨੀਆ ਇਹਨਾਂ ਦੇ ਨਾਂ ਨੂੰ ਰਿਪਲੇਸ ਕੀਤਾ ਗਿਆ ਹੈ ਦੇ ਨਾਲ, THEY। ਇਹ ਜੋ ਵਰਡ ਹੈ ਦੇ ਇਹ ਯੂਜ਼ ਹੋਇਆ ਹੈ ਰਣਜੀਤ ਐਂਡ ਸੋਨੀਆ ਵਾਸਤੇ, ਰਣਜੀਤ ਅਤੇ ਸੋਨੀਆ ਵਾਸਤੇ। ਤਾਂ ਜੋ ਦੇ ਹੈ ਉਹ जो है प्रोनाउन है क्योंकि ये नाउन्स रंजीत एंड सोनिया नू रिप्लेस कर रहा है। रिप्लेस करन दा मीनिंग की है भी उन्हां दी थां ते वरतिया जा रहा है। नेक्स्ट है मनजीत इज सिंगिंग अ सॉन्ग, हर वॉइस इज वेरी स्वीट। मनजीत जो है वो गाना गा रहा है, या सॉरी इत्थे जो है फीमेल है। मनजीत जो है वो गाना गा रही है, हर वॉइस इज़ वेरी स्वीट, ਉਹਦੀ ਆਵਾਜ਼ ਬੜੀ ਹੀ ਸੁਰੀਲੀ ਹੈ। ਸਵੀਟ ਨੂੰ ਅਸੀਂ ਕਹਿ ਸਕਦੇ ਹਾਂ ਮਿੱਠੀ ਹੈ, ਠੀਕ ਹੈ। ਹਾਂਜੀ, ਤਾਂ ਇੱਥੇ ਮਨਜੀਤ ਜੋ ਹੈ ਕਿਸੇ ਪਰਸਨ ਦਾ ਨਾਂ ਹੈ। ਹੁਣ ਪਰਸਨ ਦਾ ਨਾਂ ਹੈ ਇਟ ਮੀਨਸ ਉਹ ਨਾउन ਹੈ ਤੇ ਨਾउन ਨੂੰ ਰਿਪਲੇਸ ਕੀਤਾ ਗਿਆ ਹੈ ਹਰ ਦੇ ਨਾਲ, HER ਦੇ ਨਾਲ। ਤੇ ਜਿਹੜੇ ਵਰਡਸ ਨਾउन ਨੂੰ ਰਿਪਲੇਸ ਕਰਦੇ ਹਨ ਜਾਂ ਨਾउन ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਪ੍ਰੋਨਾउन ਕਹਿੰਦੇ ਹਾਂ। ਤਾਂ ਜੋ ਹਰ ਹੈ ਉਹ ਜੋ ਹੈ ਪ੍ਰੋਨਾउन ਹੈ, HER, ਹਰ। ਇਹ ਜੋ ਹੈ ਨਾउन ਮਨਜੀਤ ਨੂੰ ਰਿਪਲੇਸ ਕਰ ਰਿਹਾ ਹੈ। ਹਾਂਜੀ, ਨੈਕਸਟ ਸਾਨੂੰ ਜੋ ਹੈ ਜੋ ਕਰੈਕਟ ਪ੍ਰੋਨਾउंस ਹੈ, ਦੇਖੋ ਬ੍ਰੈਕਟ ਦੇ ਵਿੱਚ ਸਾਨੂੰ ਪ੍ਰੋਨਾउंस ਦਿੱਤੇ ਗਏ ਨੇ ਸ਼ੀ, ਹੀ, ਇੱਦਾਂ ਕਰਕੇ। ਤਾਂ ਸਾਨੂੰ ਜੋ ਹੈ ਜੋ ਐਗਜ਼ੈਕਟ ਯਾਨੀ ਕਿ ਕਰੈਕਟ ਵਾਲੇ ਹੈ ਉਹ ਜੋ ਹੈ ਫਿਲ ਕਰਨੇ ਹੈ ਡੈਸ਼ ਦੇ ਵਿੱਚ। ਹਾਂਜੀ, ਫਸਟ ਹੈ ਜੀ ਤਰੁਣ ਇਜ਼ ਏ ਗੁੱਡ ਬॉय ਡੈਸ਼ ਹੈਲਪਸ एवरीवन। ਦੇਖੋ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਹੈ ਵੀ ਇੱਥੇ ਜੋ ਤਰੁਣ ਹੈ ਉਹ ਇੱਕ ਬॉय ਹੈ, ਠੀਕ ਹੈ, ਵੀ ਤਰੁਣ ਇੱਕ ਚੰਗਾ ਮੁੰਡਾ ਹੈ। ਤਾਂ ਹੁਣ
ਕਿਉਂਕਿ ਬॉय ਦੀ ਗੱਲ ਹੋ ਰਹੀ ਹੈ, ਮੁੰਡੇ ਦੀ ਗੱਲ ਹੋ ਰਹੀ ਹੈ, ਤਾਂ ਜੋ ਹੀ ਹੈ ਇਹ ਅਸੀਂ ਯੂਜ਼ ਕਰਾਂਗੇ। ਮੈਂ ਪਹਿਲਾਂ ਦੱਸਿਆ ਹੈ ਮੇਲਸ ਵਾਸਤੇ, ਆਦਮੀਆਂ ਵਾਸਤੇ, ਮੁੰਡਿਆਂ ਵਾਸਤੇ ਅਸੀਂ ਹੀ ਜੋ ਹੈ ਪ੍ਰੋਨਾਊਨ ਯੂਜ਼ ਕਰਦੇ ਹਾਂ। ਕੁੜੀਆਂ ਵਾਸਤੇ, ਔਰਤਾਂ ਵਾਸਤੇ, ਠੀਕ ਹੈ, ਲੇਡੀਜ਼ ਵਾਸਤੇ ਅਸੀਂ ਜੋ ਹੈ ਸ਼ੀ ਜੋ ਹੈ ਪ੍ਰੋਨਾਊਨ ਯੂਜ਼ ਕਰਦੇ ਹਾਂ। ਹਾਂਜੀ, ਤਰੁਣ ਇਜ਼ ਏ ਗੁੱਡ ਬॉय, ਹੀ ਹੈਲਪਸ एवरीवन। सेकंड है माई मदर कुक्स वेल डैश इज बेकिंग अ केक फॉर मी। देखो इत्थे माता जी की गल हो रही है, तो माता जी तो तुहानू पता ही है, वो तो फिर फीमेल ही होणगे, यानी कि वो जो है असी किसी औरत की गल कर रहे हाँ, ठीक है, फीमेल की गल कर रहे हाँ। फीमेल वास्ते, औरतां वास्ते असी शी जो है वर्ड एज अ प्रनाउन यूज़ करांगे। माई मदर कुक्स वेल भी मेरी माता जी जो है वो बहुत ही वधिया खाना बनाते ने। शी इज़ बेकिंग अ केक फॉर मी, तो वो मेरे वास्ते केक जो है बेक यानी कि बना रहे ने। थर्ड है आई एम गोइंग टू द मार्केट विद माई फादर, भी मैं जो है मार्केट जा रहा हाँ अपने पिताजी दे नाल। डैश विल बाय सम फ्रैश फ्रूट्स। देखो इन्होंने सानू ब्रैकेट ਦੇ ਵਿੱਚ ਦਿੱਤਾ ਹੈ ਦੇ ਜਾਂ ਵੀ। ਇੱਥੇ ਮੈਂ ਤੇ ਮੇਰੇ ਪਿਤਾ ਜੀ ਇਹਨਾਂ ਦੀ ਗੱਲ ਹੋ ਰਹੀ ਹੈ, ਤਾਂ ਅਸੀਂ ਵੀ ਦਾ ਵਰਡ ਜੋ ਵੀ ਹੈ ਵੀ ਪ੍ਰੋਨਾਊਨ ਯੂਜ਼ ਕਰਾਂਗੇ। ਵੀ ਪ੍ਰੋਨਾਊਨ ਅਸੀਂ ਯੂਜ਼ ਕਰਦੇ ਹੁੰਦੇ ਹਾਂ ਜਦ ਅਸੀਂ ਆਪਣੇ ਬਾਰੇ ਤੇ ਆਪਣੇ ਨਾਲ ਵਾਲੇ ਦੇ ਬਾਰੇ ਗੱਲ ਕਰ ਰਹੇ ਹੋਈਏ, ਠੀਕ ਹੈ। ਅਗਰ ਅਸੀਂ ਕਿਸੇ ਹੋਰ ਦੇ ਬਾਰੇ ਗੱਲ ਕਰ ਰਹੇ ਹੁੰਦੇ ਨਾ, अगर सानू किसी होर बंदे बारे गल करनी होंदी तो असी दसदे, मतलब असी लिखना सी फिर दे। जद असी अपने बारे जां अपने नाल कोई अगर परसन है, ठीक है, उहदे बारे ते अपने बारे दसना है तो असी प्रोनाउन यूज़ करांगे वी। वी दा मीनिंग हुंदा है भी असी, ठीक है, भी गल साडी है जां साडे नाल जो कोई बंदा है उसदी है, ठीक है। दे असी यूज़ करना है जद असी किसी तीजे बंदे बारे या कोई होर दूजे बंदे बारे भी हाँ वो बंदा जो है मार्केट जा रहा है, ठीक है। जब असी किसी होर दी गल करनी होंदी है तो फिर असी दे वर्ड यूज़ करांगे। फोर्थ है चैंप एंड चिंप वर टू मंकीज डैश लिव्ड इन द पेरिस जू। थर्ड वाले दी मैं तुहानू ट्रांसलेशन कंप्लीट दसी नहीं है, मैं पहला दसदा। आई एम गोइंग टू द मार्केट विद माई फादर, भी मैं अपने पिता जी दे नाल मार्केट जा रहा हाँ। वी विल बाय सम फ्रैश फ्रूट्स, भी असी जो है कुछ ताजे फल जो है खरीदांगे। हाँ जी, हुण फोर्थ ते आंदे हाँ जी। चैंप एंड चिंप वर टू मंकीज, जो चैंप ते चिंप ना दे दो बंदर ने, ठीक है। डैश लिव्ड इन द पेरिस जू, ते ये जो है पेरिस जू दे विच रहिंदे ने। देखो इससे इत्थे जो है ना जो इस सेंटेंस ਨੂੰ ਦੱਸ ਰਿਹਾ ਹੈ ਉਹ ਆਪਣੇ ਬਾਰੇ ਤੇ ਆਪਣੇ ਨਾਲ ਵਾਲੇ ਦੇ ਬਾਰੇ ਨਹੀਂ ਗੱਲ ਕਰ ਰਿਹਾ, ਠੀਕ ਹੈ। ਇੱਥੇ ਨਾ ਜੋ ਸੈਂਟੈਂਸ ਨੂੰ ਦੱਸ ਰਿਹਾ ਹੈ ਜਾਂ ਜੋ ਸੈਂਟੈਂਸ ਨੂੰ ਬੋਲ ਰਿਹਾ ਹੈ ਉਹ ਕਿਸੇ ਹੋਰ ਬਾਰੇ ਜੋ ਹੈ ਗੱਲ ਕਰ ਰਿਹਾ ਹੈ, ਠੀਕ ਹੈ। ਇੱਥੇ ਚੈਂਪ ਤੇ ਚਿੰਪ ਨਾਂ ਦੇ ਦੋ ਬੰਦਰਾਂ ਦੀ ਗੱਲ ਹੋ ਰਹੀ ਹੈ, ਯਾਨੀ ਕਿ ਕਿਸੇ ਹੋਰ ਬਾਰੇ ਗੱਲ ਕੀਤੀ ਜਾ ਰਹੀ ਹੈ। ਤਾਂ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਜੇ ਗੱਲ किसी होर बारे की जाएगी, ठीक है, भी गल अगर किसी होर दे वास्ते हो रही है तो असी जो प्रोनाउन यूज़ करना है वो होएगा दे, THEY। नेक्स्ट है शेरू इज़ माई ਪੈਟ ਡੋਗ ਡੈਸ਼ ਇਜ਼ ਬਲੈਕ ਇਨ ਕਲਰ। ਮੈਂ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ। ਦੇਖੋ ਇਹਨਾਂ ਨੇ ਬ੍ਰੈਕਟ ਦੇ ਵਿੱਚ ਸਾਨੂੰ ਦੇ ਰੱਖਿਆ ਹੈ ਹੀ ਅਤੇ ਇਟ। ਕਨਫਿਊਜ਼ਨ ਵਾਸਤੇ ਇਹਨਾਂ ਨੇ ਹੀ ਦੇ ਰੱਖਿਆ ਹੈ ਕਿਉਂਕਿ ਕੁਝ ਬੱਚੇ ਜੋ ਹੈ ਵੇਖਣਗੇ ਵੀ ਇੱਥੇ ਜੋ ਸ਼ੇਰੂ ਹੈ ਉਹ ਤਾਂ मतलब एक तरह का मेल की गल हो रही है, किसी मतलब आदमी की गल हो रही, सॉरी आदमी नहीं मतलब मेल डॉग की गल हो रही है, तो असी जो है ही लगा आने नहीं। मैं पहला ही मैंशन कर दिता है तुहानू भी जब एनीमल्स की गल होएगी, जानवरों की गल होएगी तो असी ही जां शी नहीं वरतना है, असी इट वरतना है एज अ प्रोनाउन। हाँ जी, शेरू इज़ माई पेट डॉग, भी शेरू जो है वो मेरा पालतू जो है वो डॉग है, यानी कि कुत्ता है, ठीक है, जानवर है। हाँ जी। डैश इज़ ब्लैक इन कलर,
ਇਟ ਇਜ਼ ਬਲੈਕ ਇਨ ਕਲਰ। ਠੀਕ ਹੈ, ਇੱਥੇ ਹੀ ਇਜ਼ ਬਲੈਕ ਇਨ ਕਲਰ ਨਾ ਲਿਖਣਾ, ਉਹ ਗਲਤ ਹੋ ਜਾਊਗਾ। इट इज ब्लैक इन कलर, ਉਹਦਾ जो कलर है, ਉਹਦਾ जो रंग है, वो जो है काला है, इनकी ब्लैक है। हाँ जी, नेक्स्ट है द फ्लावर्स आर वेरी ब्यूटीफुल डैश स्मेल वेरी गुड। द फ्लावर्स, देखो कई सारे फुल्लां ਦੀ ਗੱਲ ਹੋ ਰਹੀ ਹੈ। ठीक है, द फ्लावर्स आर वेरी ब्यूटीफुल, कई सारे फुल्लां ਦੀ ਗੱਲ ਹੋ ਰਹੀ ਹੈ। ਵੀ ਜਿਹੜੇ ਫੁੱਲ ਨੇ ਉਹ ਬਹੁਤ ਹੀ ਸੋਹਣੇ ਨੇ, ਡੈਸ਼ ਸਮੈਲ ਵੈਰੀ ਗੁੱਡ, ਤੇ ਉਹਨਾਂ 'ਚੋਂ ਬੜੀ ਹੀ ਚੰਗੀ ਜੋ ਹੈ ਖੁਸ਼ਬੂ ਆਉਂਦੀ ਹੈ, ਤੇ ਉਹਨਾਂ 'ਚੋਂ ਬੜੀ ਹੀ ਚੰਗੀ ਖੁਸ਼ਬੂ ਆ ਰਹੀ ਹੈ। ਤਾਂ ਇੱਥੇ ਕਈ ਸਾਰਿਆਂ ਦੀ ਗੱਲ ਹੋ ਰਹੀ ਹੈ, ਤਾਂ ਅਸੀਂ ਜੋ ਪ੍ਰੋਨਾਊਨ ਯੂਜ਼ ਕਰਾਂਗੇ ਉਹ ਹੋਏਗਾ ਦੇ, THEY। ਇੱਥੇ ਨਾ ਇੱਕ ਗੱਲ ਸਮਝ ਲਓ ਵੀ ਅਗਰ ਅਸੀਂ ਸਿੰਗੂਲਰ ਮੀਨਸ ਵੀ ਇੱਕ ਵਚਨ ਦੀ ਗੱਲ, ਇੱਕ ਬੰਦੇ ਦੀ ਗੱਲ ਕਰਨੀ ਹੈ, ਜਿਸ ਨੂੰ ਕਿ ਅਸੀਂ ਇੱਕ ਵਚਨ ਵੀ ਕਹਿ ਦਿੰਦੇ ਹਾਂ। ਠੀਕ ਹੈ, ਸਿੰਗੂਲਰ ਇੱਕ ਵਚਨ ਤੇ ਪਲੂਰਲ ਬਹੁਵਚਨ। ਅਗਰ ਅਸੀਂ ਸਿੰਗੂਲਰ ਦੀ ਗੱਲ ਕਰਨੀ ਹੈ, ਯਾਨੀ ਕਿ ਇੱਕ ਬੰਦੇ ਦੀ ਗੱਲ ਕਰ ਰਹੇ ਹਾਂ, ਇੱਕ ਚੀਜ਼ ਦੀ ਗੱਲ ਕਰ ਰਹੇ ਹਾਂ, ਇੱਕ ਐਨੀਮਲ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਜੋ ਹੈ ਇਟ ਯੂਜ਼ ਕਰਦੇ ਹਾਂ। ਜ਼ਰਾ ਧਿਆਨ ਨਾਲ ਨੋਟਿਸ ਕਰ ਲੈਣਾ, ਫਿਰ ਅਸੀਂ ਇਟ ਯੂਜ਼ ਕਰਾਂਗੇ। ਅਗਰ ਅਸੀਂ ਮੈਂ ਮੇਰੇ ਖਿਆਲ ਤੋਂ ਬੰਦਾ ਕਹਿ ਦਿੱਤਾ ਹੈ, ਬੰਦੇ ਵਾਸਤੇ ਅਸੀਂ ਇਟ ਨਹੀਂ ਯੂਜ਼ ਕਰਨਾ ਹੈ, ਬੰਦੇ ਵਾਸਤੇ ਤਾਂ ਅਸੀਂ ਹੀ ਯੂਜ਼ ਕਰਦੇ ਹਾਂ। ਅਗਰ ਅਸੀਂ ਇੱਕ ਚੀਜ਼ ਦੀ ਗੱਲ ਕਰ ਰਹੇ ਹਾਂ, ਇੱਕ ਚੀਜ਼ ਦੀ, ਥਿੰਗ ਇੱਥੇ ਲਗਾ ਲਓ, ਥਿੰਗ यानी कि चीज़। जिवें इत्थे फ्लावर्स की गल हो रही है, तो ऊपर जो है वो डॉग यानी कि एनीमल की गल हो रही सी। अगर एक एनीमल की गल होएगी फिर असी इट वर्ड यूज़ करना है। अगर कई सारे एनीमल्स की गल होएगी फिर असी दे वर्ड यूज़ करना है। इट असी सिंगुलर वास्ते यूज़ करते हाँ, दे असी प्लूरल वास्ते यूज़ करते हाँ, यानी कि कई सारिਆਂ वास्ते। ਹੁਣ ਇੱਥੇ ਫਲਾਵਰਸ ਸੀ, ਫਲਾਵਰ ਨਹੀਂ ਹੈ। ਅਗਰ ਫਲਾਵਰ ਹੁੰਦਾ ਫਿਰ ਅਸੀਂ ਇਟ ਯੂਜ਼ ਕਰਦੇ। ਫਲਾਵਰਸ ਹੈ ਯਾਨੀ ਕਿ ਕਈ ਸਾਰੇ ਫਲਾਵਰਸ ਹੈ, ਅਤੇ ਇਹ ਕਾਰਨ ਹੈ ਕਿ ਅਸੀਂ ਦੇ ਵਰਡ ਯੂਜ਼ ਕਰ ਰਹੇ ਹਾਂ, THEY। नेक्स्ट है जी, अनिल इज़ फ्री टूडे। अनिल जो है वो आज उसको कोई काम नहीं है, वो फ्री है आज। आई विल मीट डैश इन द इवनिंग। ਜ਼ਰਾ ਇੱਥੇ ਧਿਆਨ ਨਾਲ ਦੇਖਣਾ, ਬ੍ਰੈਕਿਟ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਹਿਮ ਜਾਂ ਹਰ। ਤਾਂ ਇੱਥੇ ਇੱਕ ਗੱਲ ਨੋਟਿਸ ਕਰਨਾ ਵੀ ਜੋ ਹਿਮ ਹੈ ਉਹ ਜੋ ਹੈ ਮੁੰਡਿਆਂ ਵਾਸਤੇ ਯਾਨੀ ਕਿ ਮੇਲਸ ਵਾਸਤੇ, ਬॉयज़ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਹੈ, ਅਤੇ ਜੋ ਹਰ ਹੈ ਉਹ ਜੋ ਹੈ ਗਰਲਸ ਵਾਸਤੇ ਜੋ ਹੈ ਯੂਜ਼ ਕੀਤਾ ਜਾਂਦਾ ਹੈ। ਤਾਂ ਕਿਉਂਕਿ ਜੋ ਅਨਿਲ ਹੈ ਉਹ ਇੱਕ ਬॉय है, ठीक है, तो असी इत्थे हिम जो है यूज़ करांगे। अनिल इज़ फ्री टूडे, आई विल मीट हिम इन द इवनिंग। मैं उसनू शाम नू जो है मिलांगा। हाँ जी, नैक्सट साढ़े कोल जो है हुण प्रैपोजिशनस हन। देखो प्रैपोजिशनस अगर तुहानू ਇਹਦੇ ਬਾਰੇ ਕੁਛ ਨੌਲੇਜ ਹੈ ਪਹਿਲਾਂ, ਤਾਂ ਮੈਂ ਜੋ ਹੈ ਇੱਕ ਛੋਟੀ ਜਿਹੀ ਬਰੀਫ ਨੌਲੇਜ ਹੋਰ ਜੋ ਹੈ ਤੁਹਾਨੂੰ ਜੋ ਹੈ ਦੇਣਾ ਚਾਹੁੰਦਾ ਹਾਂ। ਪ੍ਰੈਪੋਜ਼ਿਸ਼ਨਸ ਇੱਦਾਂ ਦੇ ਸਮਝ ਲਓ ਵਰਡਸ ਹੁੰਦੇ ਹੈ ਜੋ ਨਾਊਨ ਜਾਂ ਪ੍ਰੋਨਾਊਨ ਤੋਂ ਪਹਿਲਾਂ ਵਰਤੇ ਜਾਂਦੇ ਹੈ, ਅਤੇ ਇਹ ਜੋ ਹੈ ਨਾਊਨ ਔਰ ਪ੍ਰੋਨਾਊਨ ਦਾ ਰਿਲੇਸ਼ਨ ਯਾਨੀ ਕਿ ਸੰਬੰਧ ਜੋ ਹੈ ਵਾਕ ਯਾਨੀ ਕਿ ਸੈਂਟੈਂਸ ਦੇ ਦੂਜੇ ਹੋਰ ਹਿੱਸਿਆਂ ਦੇ ਨਾਲ ਜੋ ਹੈ ਦਰਸਾਉਂਦੇ ਹੈ। ਜੇ ਤੁਹਾਨੂੰ ਨਹੀਂ ਸਮਝ ਆਇਆ ਹੈ, ਨੀਚੇ ਜੋ ਐਗਜ਼ਾਮਪਲਸ ਦਿੱਤੇ ਗਏ ਹੈ ਮੈਂ ਤੁਹਾਨੂੰ ਨਾਲ ਨਾਲ ਸਮਝਾਉਂਦਾ ਜਾਵਾਂਗਾ ਵੀ ਇਹਦਾ ਮੀਨਿੰਗ ਕੀ ਹੁੰਦਾ ਹੈ, ਪ੍ਰੈਪੋਜ਼ਿਸ਼ਨਸ ਕੀ ਹੁੰਦੇ ਹੈ। ਹਾਂਜੀ, ਫਰਸਟ ਹੈ ਦ ਕਲੋਕ ਇਜ਼ ਡੈਸ਼ ਦ ਵਾਲ, ਔਰ ਬ੍ਰੈਕਿਟ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਓਨ ਜਾਂ ਐਟ। ਇੱਥੇ ਨਾ ਅਸੀਂ ਓਨ ਕਦੋਂ ਯੂਜ਼ ਕਰਨਾ ਹੈ ਅਤੇ ਐਟ ਕਦੋਂ ਯੂਜ਼ ਕਰਨਾ ਹੈ ਮੈਂ ਸਮਝਾ ਦਿੰਦਾ ਤੁਹਾਨੂੰ। ਜ਼ਰਾ ਧਿਆਨ ਦੇ ਨਾਲ ਦੇਖਣਾ। ਇਹਨਾਂ ਨੇ ਕਿਹਾ ਹੈ ਦ ਕਲੋਕ ਇਜ਼ ਔਨ ਦ ਵਾਲ। ਹੁਣ ਜਿਹੜਾ ਇਹ ਦਾ ਵਾਲ ਹੈ ਨਾ, ਇਹ ਜੋ ਹੈ ਇੱਕ ਨਾਊਨ ਹੈ। ਅਸੀਂ ਦੀਵਾਰ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਅਸੀਂ ਕਿਸੇ ਚੀਜ਼ ਦੀ ਗੱਲ ਕਰ ਰਹੇ ਹਾਂ, ਤਾਂ ਜੋ ਦਾ ਵਾਲ ਹੈ ਉਹ ਇੱਕ ਨਾਊਨ ਹੈ, ਅਤੇ ਦਾ ਕਲੋਕ ਵੀ ਇੱਕ ਨਾਊਨ ਹੈ। ਦਾ ਕਲੋਕ ਯਾਨੀ ਕਿ ਘੜੀ, ਠੀਕ ਹੈ, ਘੜੀ ਜੋ ਹੈ ਕਿਸੇ ਚੀਜ਼ ਦਾ ਨਾਂ ਹੁੰਦਾ ਹੈ, ਠੀਕ ਹੈ, ਥਿੰਗ ਦਾ ਨਾਂ ਹੁੰਦਾ ਹੈ। ਤਾਂ ਜੋ ਦਾ ਵਾਲ ਹੈ ਉਹ ਵੀ ਜੋ ਹੈ ਨਾਊਨ ਹੈ, ਕਿਸੇ
ਥਿੰਗ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਚੀਜ਼ ਦਾ ਨਾਂ ਹੈ, ਤੇ ਚੀਜ਼ ਦਾ ਨਾਂ ਜੋ ਹੈ ਅਸੀਂ ਨਾउन ਦੇ ਵਿੱਚ ਹੀ ਕਾਊਂਟ ਕਰਦੇ ਹੁੰਦੇ ਆ। ਪਹਿਲਾ ਜੋ ਹੈ ਨਾ, ਦ ਕਲੋਕ ਇਜ਼ ਔਨ ਦਾ ਵਾਲ, ਵੀ ਜੋ ਘੜੀ ਹੈ ਉਹ ਦੀਵਾਰ ਤੇ ਹੈ। ਤਾਂ ਇੱਥੇ ਅਸੀਂ ਓਨ ਹੀ ਕਿਉਂ ਯੂਜ਼ ਕਰ ਰਹੇ ਹਾਂ, ਐਟ ਕਿਉਂ ਨਹੀਂ ਕਰ ਰਹੇ, ਜਦ ਕਿ ਐਟ ਦਾ ਮੀਨਿੰਗ ਵੀ ਜੋ ਹੈ ਉਹ ਤੇ ਹੀ ਹੁੰਦਾ ਹੈ, ਵੀ ਜੋ ਘੜੀ ਹੈ ਉਹ ਦੀਵਾਰ ਤੇ ਹੈ। ਤਾਂ ਜੋ ਤੇ ਹੈ, ਠੀਕ ਹੈ, ਤੇ ਜੋ ਹੈ ਨਾ ਉਹ ਅਸੀਂ ਓਨ ਤੇ ਐਟ ਦੋਵਾਂ ਦਾ ਜੋ ਮੀਨਿੰਗ ਹੈ ਉਹ ਮਤਲਬ ਤੇ ਹੀ ਹੁੰਦਾ ਹੈ। ਜ਼ਰਾ ਧਿਆਨ ਨਾਲ ਇਸ ਨੂੰ ਸਮਝਣਾ ਵੀ ਅਗਰ ਅਸੀਂ ਦੋ ਨਾउन्स ਦਾ ਰਿਲੇਸ਼ਨ ਦੱਸਣਾ ਹੈ, ਦੋ ਨਾउन्स ਦਾ ਰਿਲੇਸ਼ਨ ਦੱਸਣਾ ਹੈ, ਦਾ ਕਲੋਕ ਤੇ ਦਾ ਵਾਲ ਇਹ ਦੋਵੇਂ ਹੀ ਨਾउन्स ਨੇ, ਠੀਕ ਹੈ। ਦਾ ਕਲੋਕ ਤੇ ਦਾ ਵਾਲ ਇਹ ਦੋਵੇਂ ਹੀ ਜੋ ਹੈ ਉਹ ਨਾउन्स ਨੇ। ਨਾउन्स ਦੇ ਵਿੱਚ ਅਗਰ ਅਸੀਂ ਰਿਲੇਸ਼ਨ ਦੱਸਣਾ ਹੈ ਤਾਂ ਜੋ ਪ੍ਰੈਪੋਜੀਸ਼ਨ ਯੂਜ਼ ਹੋਏਗਾ ਉਹ ਹੋਏਗਾ ਓਨ। ਅਗਰ ਦੋ ਪ੍ਰੋਨਾउंस ਦੇ ਵਿੱਚ ਯਾਨੀ ਕਿ ਜੋ ਨਾउन्स ਦੀ ਥਾਂ ਤੇ ਜੋ ਵਰਡਸ ਯੂਜ਼ ਹੋਏ ਹੈ ਉਹਨਾਂ ਦੇ ਵਿੱਚ ਅਗਰ ਅਸੀਂ ਰਿਲੇਸ਼ਨ ਦੱਸਣਾ ਹੈ ਤਾਂ ਜੋ ਪ੍ਰੈਪੋਜੀਸ਼ਨ ਅਸੀਂ ਯੂਜ਼ ਕਰਦੇ ਹਾਂ ਉਹ ਹੁੰਦਾ ਹੈ ਐਟ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਵੀ ਓਨ ਅਸੀਂ ਕਿੱਥੇ ਵਰਤਣਾ ਹੈ ਤੇ ਐਟ ਅਸੀਂ ਜੋ ਪ੍ਰੈਪੋਜੀਸ਼ਨ ਹੈ ਉਹ ਕਿੱਥੇ ਵਰਤਣਾ ਹੈ। ਦ ਕਲੋਕ ਇਜ਼ ਔਨ ਦਾ ਵਾਲ, ਵੀ ਜੋ ਘੜੀ ਹੈ ਉਹ ਦੀਵਾਰ ਤੇ ਹੈ। ਇੱਥੇ ਦਾ ਕਲੋਕ ਤੇ ਦਾ ਵਾਲ ਦੋਵੇਂ ਜੋ ਹੈ ਨਾउन्स ਹੈ ਤੇ ਇਹਨਾਂ ਦੋਵਾਂ ਦਾ ਜੋ ਰਿਲੇਸ਼ਨ ਹੈ ਉਹ ਜੋ ਹੈ ਪ੍ਰੈਪੋਜੀਸ਼ਨ ਓਨ ਦੇ ਨਾਲ ਅਸੀਂ ਦਰਸਾਵਾਂਗੇ। ਤਾਂ ਜੋ ਰਿਲੇਸ਼ਨ ਦੱਸ ਰਿਹਾ ਹੈ ਉਹ ਜੋ ਹੈ ਪ੍ਰੈਪੋਜੀਸ਼ਨ ਹੈ। ਦੋ ਨਾउन्स ਜਾਂ ਦੋ ਪ੍ਰੋਨਾउंस ਦੇ ਵਿਚਕਾਰ ਜੋ ਰਿਲੇਸ਼ਨ ਹੈ ਜਾਂ ਸੈਂਟੈਂਸ ਦੇ ਹੋਰ ਹਿੱਸਿਆਂ ਦੇ ਨਾਲ ਉਹਨਾਂ ਦਾ ਕੀ ਰਿਲੇਸ਼ਨ ਹੈ ਉਸ ਨੂੰ ਦੱਸਣ ਵਾਲੇ ਵਰਡ ਨੂੰ ਅਸੀਂ ਪ੍ਰੈਪੋਜੀਸ਼ਨ ਕਹਿੰਦੇ ਹਾਂ। ਆਈ ਹੋਪ ਕਿ ਪ੍ਰੈਪੋਜੀਸ਼ਨ ਕੀ ਹੁੰਦਾ ਹੈ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ। ਇੱਥੇ ਘੜੀ ਦਾ ਨਾ ਦੀਵਾਰ ਦੇ ਨਾਲ ਜੋ ਰਿਲੇਸ਼ਨ ਹੈ ਵੀ ਘੜੀ ਜੋ ਹੈ ਉਹ ਦੀਵਾਰ ਤੇ ਹੈ, ਤਾਂ ਘੜੀ ਦਾ ਦੀਵਾਰ ਤੇ ਹੋਣਾ ਇਹ ਇੱਕ ਤਰ੍ਹਾਂ ਦਾ ਮਤਲਬ ਇਹ ਰਿਲੇਸ਼ਨ ਦੱਸ ਰਿਹਾ ਹੈ ਵੀ ਜੋ ਦੀਵਾਰ ਹੈ ਉਸ ਦੇ ਉੱਤੇ ਘੜੀ ਹੈ, ਠੀਕ ਹੈ। ਹਾਂਜੀ, ਸੈਕਿੰਡ ਹੈ ਦ ਕਾਰਪੇਟ ਇਜ਼ ਡੈਸ਼ ਦਾ ਫਲੋਰ, ਜੋ ਕਾਰਪੇਟ ਹੈ ਉਹ ਫਲੋਰ ਤੇ ਹੈ। ਤਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਵੀ ਜੋ ਦਾ ਫਲੋਰ ਹੈ ਤੇ ਜੋ ਦਾ ਕਾਰਪੇਟ ਹੈ ਇਹ ਦੋਵੇਂ ਹੀ ਨਾउन्स ਨੇ। ਨਾउन्स ਦੀ ਜਦੋਂ ਗੱਲ ਹੁੰਦੀ ਹੈ ਮੈਂ ਤੁਹਾਨੂੰ ਦੱਸਿਆ ਹੈ ਫਿਰ ਅਸੀਂ ਓਨ ਵਰਡ ਯੂਜ਼ ਕਰਾਂਗੇ। ਦੇਖੋ ਓਨ ਜੋ ਹੈ ਇਹਦਾ ਮਤਲਬ ਹੁੰਦਾ ਹੈ ਵੀ ਕੋਈ ਚੀਜ਼ ਕਿਸੇ ਦੇ ਉੱਪਰ ਹੈ, ਠੀਕ ਹੈ, ਕਿਸੇ ਚੀਜ਼ ਤੇ ਪਈ ਹੋਈ ਹੈ ਜਾਂ ਕਿਸੇ ਚੀਜ਼ ਤੇ ਜੋ ਹੈ ਅਸੀਂ ਰੱਖੀ ਹੋਈ ਹੈ। ਇਨ ਦਾ ਮੀਨਿੰਗ ਹੁੰਦਾ ਵੀ ਉਹ ਚੀਜ਼ ਉਸ ਦੇ ਵਿੱਚ ਹੈ। ਇਨ ਦਾ ਮੀਨਿੰਗ ਇਨ ਅਸੀਂ ਤਾਂ ਯੂਜ਼ ਕਰਨਾ ਹੈ ਜਦ ਉਹ ਚੀਜ਼ ਉਹਦੇ ਅੰਦਰ ਹੋਏ ਜਾਂ ਉਹਦੇ ਵਿੱਚ ਹੋਏ, ਠੀਕ ਹੈ। ਇਨ ਹੁੰਦਾ ਵੀ ਇਨਸਾਈਡ ਕਹਿ ਸਕਦੇ ਹੋ ਵੀ ਅੰਦਰ ਨੂੰ ਕੋਈ ਚੀਜ਼ ਅਗਰ ਪ੍ਰੈਜ਼ੈਂਟ ਹੈ ਤਾਂ। ਹਾਂਜੀ, ਦ ਕਾਰਪੇਟ ਇਜ਼ ਔਨ ਦਾ ਫਲੋਰ, ਵੀ ਜੋ ਕਾਰਪੇਟ ਹੈ ਉਹ ਜੋ ਹੈ ਫਲੋਰ ਦੇ ਉੱਤੇ ਹੈ, ਠੀਕ ਹੈ, ਜਾਂ ਫਲੋਰ ਤੇ ਹੈ। ਤੇ ਦੋਵੇਂ ਜੋ ਹੈ ਇਹ ਨਾउन्स ਹੈ ਤੇ ਅਸੀਂ ਇਹਨਾਂ ਦਾ ਜੋ ਰਿਲੇਸ਼ਨ ਹੈ ਉਹ ਓਨ ਦੇ ਨਾਲ ਦਰਸਾਵਾਂਗੇ, ਯਾਨੀ ਕਿ ਓਨ ਜੋ ਹੈ ਪ੍ਰੈਪੋਜੀਸ਼ਨ ਹੈ। ਨੈਕਸਟ ਜੀ, ਸ਼ੀ ਹਿਡ ਹਰ ਸੈਲਫ ਡੈਸ਼ ਦਾ ਕਰਟੇਨ। ਹੁਣ ਇੱਥੇ ਸਾਨੂੰ ਆਫਟਰ ਔਰ ਬਿਹਾਈਂਡ ਦੇ ਰੱਖਿਆ ਹੈ। ਆਫਟਰ ਹੁੰਦਾ ਹੈ ਬਾਅਦ ਦੇ ਵਿੱਚ, ਠੀਕ ਹੈ, ਵੀ ਉਸ ਤੋਂ ਬਾਅਦ। ਬਿਹਾਈਂਡ ਹੁੰਦਾ ਹੈ ਉਸ ਤੋਂ ਪਿੱਛੇ, ਠੀਕ ਹੈ। ਆਫਟਰ ਹੁੰਦਾ ਹੈ ਉਸ ਤੋਂ ਬਾਅਦ ਤੇ ਬਿਹਾਈਂਡ ਹੁੰਦਾ ਹੈ ਉਸ ਦੇ ਪਿੱਛੇ। ਹੁਣ ਇੱਥੇ ਹਿਡ ਦੀ ਗੱਲ ਹੋਈ ਹੈ। ਹਿਡ ਹੁੰਦਾ ਹੈ ਲੁਕਣਾ ਛਿਪਣਾ, ਤਾਂ ਜਦ ਵੀ ਲੁਕਣ ਛਿਪਣ ਦੀ ਗੱਲ ਹੋਏਗੀ ਯਾਨੀ ਕਿ ਕਿਸੇ ਦੇ ਪਿੱਛੇ ਹੀ ਲੁਕਿਆ ਜਾਂਦਾ ਹੈ, ਛਿਪਿਆ ਜਾਂਦਾ ਹੈ, ਤਾਂ ਅਸੀਂ ਜੋ ਹੈ ਬਿਹਾਈਂਡ ਵਰਡ ਯੂਜ਼ ਕਰਾਂਗੇ ਜੋ ਬਿਹਾਈਂਡ ਪ੍ਰੈਪੋਜੀਸ਼ਨ ਹੈ। ਸ਼ੀ ਹਿਡ ਹਰਸੈਲਫ ਬਿਹਾਈਂਡ ਦਾ ਕਰਟੇਨ, ਵੀ ਉਸਨੇ ਆਪਣੇ ਆਪ ਨੂੰ ਜੋ ਹੈ ਪਰਦੇ ਦੇ ਪਿੱਛੇ ਜੋ ਹੈ ਲੁਕੋ ਲਿਆ। ਨੈਕਸਟ ਹੈ ਵਿਜੇ ਪਲੇਜ਼ ਡੈਸ਼ ਹਿਜ਼ ਫਰੈਂਡਸ। ਫੋਰ ਹੁੰਦਾ ਹੈ ਜੋ ਇਹਨਾਂ ਨੇ ਬ੍ਰੈਕਟ ਦੇ ਵਿੱਚ ਦੇ ਰੱਖਿਆ ਹੈ ਫੋਰ ਜਾਂ ਵਿਦ, ਤਾਂ ਫੋਰ ਦਾ ਮੀਨਿੰਗ ਹੁੰਦਾ ਹੈ ਦੇ ਵਾਸਤੇ, ਠੀਕ ਹੈ। ਵਿਦ ਦਾ ਮੀਨਿੰਗ ਹੁੰਦਾ ਹੈ ਦੇ ਨਾਲ, ਵੀ ਜੋ ਵਿਜੇ ਹੈ ਉਹ ਆਪਣੇ ਦੋਸਤਾਂ ਦੇ ਨਾਲ ਖੇਲ ਰਿਹਾ ਹੈ, ਤਾਂ ਇੱਥੇ ਅਸੀਂ ਦੇ ਨਾਲ ਮਤਲਬ ਵਰਡ ਯੂਜ਼ ਕਰਾਂਗੇ ਜੋ ਕਿ ਪ੍ਰੈਪੋਜੀਸ਼ਨ ਹੈ। ਤਾਂ ਇਹੀ ਰੀਜ਼ਨ ਹੈ ਕਿ ਅਸੀਂ ਜੋ ਪ੍ਰੈਪੋਜੀਸ਼ਨ ਯੂਜ਼ ਕੀਤੀ ਹੈ ਉਹ ਵਿਦ ਹੈ। ਵਿਜੇ ਪਲੇਜ਼ ਵਿਦ ਹਿਜ਼ ਫਰੈਂਡਸ। ਨੈਕਸਟ ਹੈ ਦ ਸਟਾਰਸ ਸ਼ਾਈਨ ਡੈਸ਼ ਨਾਈਟ, ਐਟ ਜਾਂ ਓਨ। ਹੁਣ ਇਸ ਨੂੰ ਜ਼ਰਾ ਧਿਆਨ ਦੇ ਨਾਲ ਸਮਝਣਾ ਵੀ ਇਹਨਾਂ ਨੇ ਸਾਨੂੰ ਕਿਹਾ ਹੈ ਵੀ ਰਾਤ ਨੂੰ ਜੋ ਹੈ ਉਹ ਤਾਰੇ ਜੋ ਹੈ ਉਹ ਚਮਕਦੇ ਨੇ, ਤਾਂ ਇੱਥੇ ਅਸੀਂ ਜੋ ਯੂਜ਼ ਕੀਤਾ ਹੈ ਜੋ ਪ੍ਰੈਪੋਜੀਸ਼ਨ ਹੈ ਉਹ ਹੈ ਐਟ। ਨੈਕਸਟ ਹੈ ਦ ਕਾਊ ਇਜ਼ ਡੈਸ਼ ਦਾ ਸ਼ੈਡ। ਹੁਣ ਇਨ ਹੈ ਜਾਂ ਓਨ ਹੈ। ਦੇਖੋ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਅਗਰ ਕੋਈ ਚੀਜ਼ ਕਿਸੇ ਦੇ ਵਿੱਚ ਹੈ, ਠੀਕ ਹੈ, ਉਸ ਦੇ ਅੰਦਰ ਹੈ,
ਤਾਂ ਫਿਰ ਅਸੀਂ ਇਨ ਵਰਡ ਯੂਜ਼ ਕਰਨਾ ਹੈ। ਹੁਣ ਜੋ ਗਾਵਾਂ ਨੇ ਉਹ ਸ਼ੈੱਡ ਦੇ ਵਿੱਚ ਨੇ, ਠੀਕ ਹੈ, ਸ਼ੈੱਡ ਦੇ ਅੰਦਰ ਨੇ, ਠੀਕ ਹੈ, ਜਾਂ ਸ਼ੈੱਡ ਦੇ ਥੱਲੇ ਵੀ ਕਹਿ ਸਕਦੇ ਹਾਂ, ਤਾਂ ਸ਼ੈੱਡ ਦੇ ਵਿੱਚ ਵੀ ਕਹਿ ਸਕਦੇ ਹਾਂ, ਠੀਕ ਹੈ। ਤਾਂ ਅਸੀਂ ਇੱਥੇ ਇਨ ਵਰਡ ਯੂਜ਼ ਕਰਾਂਗੇ ਕਿਉਂਕਿ ਅਸੀਂ ਕਿਸੇ ਚੀਜ਼ ਦੇ ਉਸਦੇ ਨੀਚੇ ਹੋਣ ਦੀ, ਥੱਲੇ ਹੋਣ ਦੀ ਜਾਂ ਉਸਦੇ ਵਿੱਚ ਹੋਣ ਦੀ ਗੱਲ ਕਰ ਰਹੇ ਹਾਂ। नेक्स्ट है टुडे द क्रिकेट मैच इज डैश इंडिया एंड पाकिस्तान। अगर ਅਸੀਂ ਜੋ ਹੈ ਦੋ ਦੇ ਵਿੱਚ ਕੰਪੀਟੀਸ਼ਨ ਦੀ ਗੱਲ ਕਰਾਂਗੇ, ਯਾਨੀ ਕੋਈ ਦੋ ਬੰਦਿਆਂ ਦੇ ਵਿੱਚ ਕੰਪੀਟੀਸ਼ਨ ਹੈ ਜਾਂ ਕੋਈ ਦੋ ਟੀਮਾਂ ਦੇ ਵਿੱਚ ਕੰਪੀਟੀਸ਼ਨ ਹੈ, ਅਗਰ ਅਸੀਂ ਉਹਨਾਂ ਦੀ ਗੱਲ ਕਰਾਂਗੇ, ਠੀਕ ਹੈ, ਵਿਦ ਨੇਮਸ, ਜਿਵੇਂ ਇੱਥੇ ਨੇਮਸ ਦਿੱਤੇ ਗਏ ਹੈ ਇੰਡੀਆ ਅਤੇ ਪਾਕਿਸਤਾਨ, ਅਤੇ ਤਾਂ ਅਸੀਂ ਵਰਡ ਯੂਜ਼ ਕਰਨਾ ਹੁੰਦਾ ਹੈ ਬਿਟਵੀਨ, ਠੀਕ ਹੈ। ਅਮੰਗ ਅਸੀਂ ਵਰਡ ਯੂਜ਼ ਕਰਦੇ ਹਾਂ ਜਾਂ ਪ੍ਰੈਪੋਜੀਸ਼ਨ ਅਸੀਂ ਤਾਂ ਯੂਜ਼ ਕਰਨੀ ਹੁੰਦੀ ਹੈ ਜਦ ਦੋ ਤੋਂ ਜ਼ਿਆਦਾ ਜੋ ਹੈ ਅਗਰ ਪਰਸਨਸ ਹੋਣ, ਬੰਦੇ ਹੋਣ ਜਾਂ ਟੀਮਸ ਹੋਣ, ਫਿਰ ਅਸੀਂ ਅਮੰਗ ਯੂਜ਼ ਕਰਾਂਗੇ। ਯਾਨੀ ਕਿ ਅਮੰਗ ਜੋ ਹੈ ਉਹ ਦੋ ਤੋਂ ਜ਼ਿਆਦਾ ਬੰਦਿਆਂ ਦੇ ਵਿੱਚ ਕੰਪੀਟੀਸ਼ਨ ਨੂੰ ਜਾਂ ਦੋ ਤੋਂ ਵੱਧ ਟੀਮਾਂ ਦੇ ਵਿੱਚ ਕੰਪੀਟੀਸ਼ਨ ਨੂੰ ਜੋ ਹੈ ਦਰਸਾਉਣ ਵਾਸਤੇ ਜੋ ਹੈ ਵਰਤਿਆ ਜਾਂਦਾ ਹੈ। ਅਗਰ ਦੋ ਹੀ ਟੀਮਾਂ ਨੇ ਜਾਂ ਦੋ ਹੀ ਜੋ ਹੈ ਪਰਸਨਸ ਨੇ, ਬੰਦੇ ਨੇ, ਅਤੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੈ ਅਤੇ ਉਹਨਾਂ ਦੋ ਟੀਮਾਂ ਦਾ ਨਾਮ ਵੀ ਜਿਵੇਂ ਇੱਥੇ ਦੇ ਰੱਖਿਆ ਇੰਡੀਆ ਅਤੇ ਪਾਕਿਸਤਾਨ, ਇਹਨਾਂ ਦੋਵਾਂ ਦੇ ਵਿੱਚ ਜੋ ਹੈ ਕੰਪੀਟੀਸ਼ਨ ਹੈ ਯਾਨੀ ਕਿ ਮੈਚ ਹੈ, ਤਾਂ ਫਿਰ ਅਸੀਂ ਯੂਜ਼ ਕਰਾਂਗੇ ਬਿਟਵੀਨ। ਟੂਡੇ ਦਾ ਕ੍ਰਿਕਟ ਮੈਚ ਇਜ਼ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਵੀ ਅੱਜ ਜੋ ਹੈ ਉਹ ਕ੍ਰਿਕਟ ਮੈਚ ਹੈ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ। ਨੈਕਸਟ ਹੈ ਜੀ ਮਾਈ ਮਦਰ ਗੈਟਸ ਅਪ ਡੈਸ਼ 5 o'clock। ਮਾਈ ਮਦਰ ਗੈਟਸ ਅਪ ਐਟ 5 o'clock, ਯਾਨੀ ਕਿ ਮੇਰੇ ਮਾਤਾ ਜੀ ਉਹ ਜੋ ਹੈ ਸਵੇਰੇ 5 ਵਜੇ ਜੋ ਹੈ ਉਹ ਉੱਠ ਜਾਂਦੇ ਨੇ। ਹਾਂਜੀ, 9th ਹੈ ਜੀ ਵੀ ਕਟ ਨੇਲਸ ਡੈਸ਼ ਆ ਨੇਲ ਕਟਰ। ਇੱਥੇ ਜੋ ਹੈ ਵਿਦ ਇਹਨਾਂ ਨੇ ਯੂਜ਼ ਕੀਤਾ ਹੈ ਦੇ ਨਾਲ, ਯਾਨੀ ਕਿ ਅਸੀਂ ਜੋ ਹੈ ਆਪਣੇ ਜੋ ਨੋ ਹੈ ਯਾਨੀ ਕਿ ਨਖੂਨ ਹੈ ਉਹ ਨੇਲ ਕਟਰ ਦੇ ਨਾਲ ਕੱਟ ਲਏ ਨੇ, ਠੀਕ ਹੈ। ਵੀ ਕਟ ਨੇਲਸ, ਵੀ ਅਸੀਂ ਆਪਣੇ ਨਖੂਨ ਜੋ ਹੈ, ਨੋ ਜੋ ਹੈ ਉਹ ਕੱਟ ਲਏ ਨੇ ਨੇਲ ਕਟਰ ਦੇ ਨਾਲ। ਨੈਕਸਟ ਹੈ ਜੀ ਦ ਸਨ ਇਜ਼ ਡੈਸ਼ ਦ ਸਕਾਈ। ਹੁਣ ਇੱਥੇ ਇਨ ਹੈ ਅਤੇ ਔਨ ਹੈ, ਅਸਮਾਨ ਦੇ ਵਿੱਚ ਹੀ ਸੂਰਜ ਹੁੰਦਾ ਹੈ ਨਾ, ਠੀਕ ਹੈ, ਇਹ ਤਾਂ ਨਹੀਂ ਹੈ ਨਾ ਵੀ ਅਸਮਾਨ ਤੋਂ ਬਾਹਰ ਹੁੰਦਾ ਹੈ, ਅਸਮਾਨ ਦੇ ਵਿੱਚ ਹੁੰਦਾ ਹੈ ਸੂਰਜ। ਤਾਂ ਸਨ ਇਜ਼ ਇਨ ਦ ਸਕਾਈ, ਹਾਲਾਂਕਿ ਉਹ ਹੁੰਦਾ ਤਾਂ ਐਕਚੁਅਲ ਦੇ ਵਿੱਚ ਬਾਹਰ ਦੇ ਵਿੱਚ, ਬਾਹਰ ਹੀ ਹੈ, ਮਤਲਬ ਜੋ ਸਾਨੂੰ ਜੋ ਸਕਾਈ ਨਜ਼ਰ ਆਉਂਦਾ ਹੈ ਉਸ ਤੋਂ ਤਾਂ ਬਾਹਰ ਹੀ ਹੁੰਦਾ ਹੈ ਉਹ ਸਨ, ਪਰ ਨਜ਼ਰ ਸਾਨੂੰ ਉਹ ਅਸਮਾਨ ਦੇ ਵਿੱਚ ਆਉਂਦਾ ਹੈ। ਤਾਂ ਇੱਥੇ ਅਗਰ ਕੋਈ ਚੀਜ਼ ਕਿਸੇ ਦੇ ਵਿੱਚ ਹੈ ਤਾਂ ਅਸੀਂ ਵਰਡ ਯੂਜ਼ ਕਰਦੇ ਹਾਂ ਇਨ। ਜੋ ਸੂਰਜ ਹੈ ਉਹ ਅਸਮਾਨ ਦੇ ਵਿੱਚ ਹੈ, ਦ ਸਨ ਇਜ਼ ਇਨ ਦ ਸਕਾਈ। ਹਾਂਜੀ, ਨੈਕਸਟ ਸਾਨੂੰ ਨਾ ਪੰਚੁਏਟ ਕਰਨਾ ਹੈ ਵੀ ਕੁਝ ਇੱਕ ਮਿਸਟੇਕਸ ਇੱਥੇ ਜੋ ਸੈਂਟੈਂਸਿਸ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਸਾਨੂੰ ਕਰੈਕਟ ਕਰਕੇ ਜੋ ਹੈ ਪੰਚੁਏਸ਼ਨ ਦੇ ਨਾਲ ਜੋ ਹੈ, ਯਾਨੀ ਕਿ ਜੋ ਕੋਮਾਸ ਲੱਗਣੇ ਹੈ, ਫੁੱਲ ਸਟਾਪ ਲੱਗਣਾ ਹੈ, ਜਾਂ ਕਿਸੇ ਲੈਟਰਸ ਨੂੰ ਅਗਰ ਸਾਨੂੰ ਕੈਪੀਟਲ ਜਾਂ ਸਮਾਲ ਕਰਨਾ ਹੈ ਤਾਂ ਉਹ ਸਭ ਕਰਕੇ ਜੋ ਹੈ ਸੈਂਟੈਂਸਿਸ ਨੂੰ ਕਰੈਕਟਲੀ ਜੋ ਹੈ ਲਿਖਣਾ ਹੈ, ਪੰਚੁਏਟ ਕਰਨਾ, ਠੀਕ ਹੈ। ਯਾਨੀ ਕਿ ਕਰੈਕਟਲੀ ਜੋ ਉਹਨਾਂ ਦੀ ਜੋ ਫੋਰਮ ਹੈ, ਐਗਜ਼ੈਕਟਲੀ ਜੋ ਫੋਰਮ ਹੈ ਉਸ ਦੇ ਵਿੱਚ ਉਹਨਾਂ ਨੂੰ ਲਿਖਣਾ। ਤਾਂ ਫਸਟ ਹੈ ਦੇ ਕੈਨ ਕਾਲ ਪ੍ਰੀਤ ਫॉर ਹੈਲਪ। ਦੇਖੋ ਸਭ ਤੋਂ ਪਹਿਲਾਂ ਇੱਕ ਗੱਲ ਸਮਝ ਲਓ, ਅਗਰ ਅਸੀਂ ਸੈਂਟੈਂਸ ਜੋ ਹੈ ਨਵਾਂ ਸਟਾਰਟ ਕਰ ਰਹੇ ਹਾਂ ਫੁੱਲ ਸਟਾਪ ਤੋਂ ਬਾਅਦ ਜਾਂ ਬਿਲਕੁਲ ਹੀ ਸਟਾਰਟਿੰਗ ਤੋਂ ਸੈਂਟੈਂਸ ਸਟਾਰਟ ਕਰ ਰਹੇ ਹਾਂ, ਤਾਂ ਜੋ ਪਹਿਲਾ ਜੋ ਲੈਟਰ ਹੈ, ਜੋ ਫਸਟ ਜੋ ਅਲਫਾਬੈਟ ਹੈ ਉਹ ਹਮੇਸ਼ਾ ਕੈਪੀਟਲ ਆਉਂਦਾ ਹੈ। ਇੱਥੇ ਜੋ ਦੇ ਹੈ THEY, ਇਹਦਾ ਜੋ ਟੀ ਹੈ ਉਹ ਕੈਪੀਟਲ ਆਊਗਾ, ਠੀਕ ਹੈ, ਉਹ ਮੈਂ ਨੀਚੇ ਕੈਪੀਟਲ ਕਰ ਦਿੱਤਾ ਹੈ। ਉੱਪਰ ਜੋ ਦੇ ਰੱਖਿਆ ਹੈ ਉਸ ਦਾ ਟੀ ਸਮਾਲ ਸੀ, ਨੀਚੇ ਜੋ ਦੇ ਹੈ ਉਸ ਦਾ ਜੋ ਟੀ ਹੈ ਉਹ ਕੈਪੀਟਲ ਹੈ, ਕਿਉਂਕਿ ਸੈਂਟੈਂਸ ਅਗਰ ਅਸੀਂ ਨਵਾਂ ਸਟਾਰਟ ਕਰਨ ਲੱਗੇ ਹਾਂ ਤਾਂ ਉਸ ਦਾ ਜੋ ਫਸਟ ਅਲਫਾਬੈਟ ਹੈ, ਜੋ ਫਸਟ ਲੈਟਰ ਹੈ ਉਹ ਹਮੇਸ਼ਾ ਕੈਪੀਟਲ ਹੁੰਦਾ ਹੈ। ਇਸ ਤੋਂ ਬਾਅਦ ਦੇ ਕੈਨ ਕਾਲ, ਇਹਨਾਂ ਨੇ ਅੱਗੇ ਜੋ ਫਸਟ ਜੋ ਸੈਂਟੈਂਸ ਹੈ ਨਾ ਉੱਪਰ, ਉਸ 'ਚ ਪ੍ਰੀਤ ਦਾ ਜੋ ਪੀ ਹੈ ਉਹ ਸਮਾਲ ਸਾਨੂੰ ਦੇ ਰੱਖਿਆ ਹੈ। ਦੇਖੋ ਜੋ ਪ੍ਰੀਤ ਹੈ ਨਾ ਉਹ ਇੱਕ, ਤੁਹਾਨੂੰ ਯਾਦ ਹੋਏਗਾ ਅਸੀਂ ਪ੍ਰੋਪਰ ਨਾਊਨ ਕੀਤੇ ਸੀ, ਠੀਕ ਹੈ, ਪ੍ਰੋਪਰ ਨਾਊਨ ਅਤੇ ਕਾਮਨ ਨਾਊਨ। ਜੋ ਪ੍ਰੀਤ ਹੈ ਉਹ ਇੱਕ ਖਾਸ ਬੰਦੇ ਦਾ ਨਾਂ ਹੈ ਅਤੇ ਉਹ ਜੋ ਹੈ ਪ੍ਰੋਪਰ ਨਾਊਨ ਹੈ। ਅਤੇ
ਜਦ ਵੀ ਅਸੀਂ ਪ੍ਰੋਪਰ ਨਾਊਨ ਲਿਖਦੇ ਹਾਂ ਜਾਂ ਕਿਸੇ ਖਾਸ ਬੰਦੇ ਦੇ ਨਾਂ ਬਾਰੇ ਅਸੀਂ ਲਿਖਦੇ ਹਾਂ ਜਾਂ ਕਿਸੇ ਦੇ ਵੀ ਨਾਂ ਨੂੰ ਅਗਰ ਅਸੀਂ ਲਿਖਦੇ ਹਾਂ ਤਾਂ ਜੋ ਫਰਸਟ ਉਹਦਾ ਲੈਟਰ ਹੈ ਉਹ ਹਮੇਸ਼ਾ ਕੈਪੀਟਲ ਆਉਂਦਾ ਹੈ। ਤਾਂ ਜੋ ਇੱਥੇ ਪ੍ਰੀਤ ਦਾ ਪੀ ਹੈ ਉਹ ਸਮਾਲ ਦੇ ਰੱਖਿਆ ਸਾਨੂੰ, ਉਹ ਅਸੀਂ ਕੈਪੀਟਲ ਕਰਾਂਗੇ, ਉਸਨੂੰ ਕੈਪੀਟਲ ਪੀ ਲਿਖਾਂਗੇ। ਹਾਂਜੀ। ਇਸ ਤੋਂ ਬਾਅਦ ਇਹਨਾਂ ਨੇ ਹੈਲਪ ਤੋਂ ਬਾਅਦ ਨਾ ਫੁੱਲ ਸਟਾਪ ਲਗਾ ਨਹੀਂ ਰੱਖਿਆ ਸੀ। ਅਗਰ ਅਸੀਂ ਸੈਂਟੈਂਸ ਨੂੰ ਖ਼ਤਮ ਕਰਨਾ ਹੈ ਤਾਂ ਉੱਥੇ ਅਖੀਰ ਦੇ ਵਿੱਚ ਅਸੀਂ ਫੁੱਲ ਸਟਾਪ ਜ਼ਰੂਰ ਲਗਾਉਣਾ ਹੁੰਦਾ ਹੈ। ਤਾਂ ਦੇ ਕੈਨ ਕਾਲ ਪ੍ਰੀਤ ਫॉर ਹੈਲਪ, ਤੇ ਦੇ ਦਾ ਜੋ ਟੀ ਹੈ ਉਹ ਵੱਡਾ ਯਾਨੀ ਕਿ ਕੈਪੀਟਲ, ਪ੍ਰੀਤ ਦਾ ਜੋ ਪੀ ਹੈ ਉਹ ਕੈਪੀਟਲ, ਤੇ ਹੈਲਪ ਤੋਂ ਬਾਅਦ ਅਸੀਂ ਜੋ ਹੈ ਫੁੱਲ ਸਟਾਪ ਲਗਾਉਣਾ ਹੈ। ਠੀਕ ਹੈ, ਇਹ ਜੋ ਹੈ ਪੰਚੁਏਟ ਕਰ ਦਿੱਤਾ ਹੈ ਮੈਂ ਪਹਿਲੇ ਸੈਂਟੈਂਸ ਨੂੰ। ਨੈਕਸਟ ਹੈ ਦ ਬॉयਜ਼ ਪਲੇਡ ਅ ਮੈਚ ਔਨ ਸੈਟਰਡੇ। ਵੀ ਜੋ ਮੁੰਡੇ ਨੇ ਯਾਨੀ ਕਿ ਜੋ ਬॉयਜ਼ ਨੇ ਉਹਨਾਂ ਨੇ ਸੈਟਰਡੇ ਨੂੰ ਮੈਚ ਖੇਡਿਆ ਸੀ। ਹਾਂਜੀ। ਹੁਣ ਇੱਥੇ ਵੇਖ ਸਕਦੇ ਹਾਂ ਜੋ ਦਾ ਬॉयਜ਼, ਠੀਕ ਹੈ, ਇਹਦਾ ਜੋ ਦਾ ਹੈ ਉਹ ਜੋ ਹੈ ਉਹਦਾ ਟੀ ਸਮਾਲ ਹੈ, ਤਾਂ ਪਹਿਲਾਂ ਅਸੀਂ ਉਸਨੂੰ ਕੈਪੀਟਲ ਕਰਾਂਗੇ। ਤਾਂ ਦਾ ਅਸੀਂ ਜੋ ਟੀ ਹੈ ਉਹ ਕੈਪੀਟਲ ਕਰ ਦਿੱਤਾ ਹੈ। ਦਾ ਬॉयਜ਼ ਪਲੇਡ ਅ ਮੈਚ ਔਨ ਸੈਟਰਡੇ ਜੋ ਹੈ ਇੱਕ ਖਾਸ ਇੱਕ ਦਿਨ ਨੂੰ ਅਸੀਂ ਜੋ ਹੈ ਦੱਸ ਰਹੇ ਹਾਂ। ਤਾਂ ਸੈਟਰਡੇ ਵੀ ਜੋ ਹੈ ਉਹ ਇੱਕ ਪ੍ਰੋਪਰ ਨਾਊਨ ਹੈ, ਤੇ ਜੋ ਪ੍ਰੋਪਰ ਨਾਊਨ ਹੈ ਉਹਦਾ ਫਰਸਟ ਲੈਟਰ ਜੋ ਹੈ ਉਹ ਹਮੇਸ਼ਾ ਕੈਪੀਟਲ ਹੁੰਦਾ ਹੈ। ਤਾਂ ਸੈਟਰਡੇ ਦਾ ਜੋ ਐਸ ਹੈ ਉਹਨੂੰ ਅਸੀਂ ਕੈਪੀਟਲ ਕਰਾਂਗੇ। ਇੱਥੇ ਮੈਂ ਫੁੱਲ ਸਟਾਪ ਨਹੀਂ ਲਗਾ ਰੱਖਿਆ ਹੈ ਤਾਂ ਮੈਂ ਲਗਾ ਦਿੰਦਾ ਹਾਂ। ਹਾਂਜੀ। ਇੱਕ ਤਾਂ ਇਹ ਜੋ ਸੈਕਿੰਡ ਵਾਲਾ ਹੈ ਇਸ ਦੇ ਵਿੱਚ ਦਾ ਜੋ ਟੀ ਸੀ ਉਹ ਅਸੀਂ ਕੈਪੀਟਲ ਕੀਤਾ ਹੈ, ਤੇ ਜੋ ਸੈਟਰਡੇ ਦਾ ਜੋ ਐਸ ਸੀ ਉਹ ਅਸੀਂ ਕੈਪੀਟਲ ਕੀਤਾ ਹੈ, ਤੇ ਇਸ ਤੋਂ ਬਾਅਦ ਅਸੀਂ ਫੁੱਲ ਸਟਾਪ ਲਗਾਉਣਾ ਹੈ। ਇਹ ਜੋ ਹੈ ਚੇਂਜਸ ਨੇ, ਇਹਨਾਂ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰ ਲਓ। ਦਾ ਬॉयਜ਼ ਪਲੇਡ ਅ ਮੈਚ ਔਨ ਸੈਟਰਡੇ, ਸੈਟਰਡੇ ਤੋਂ ਬਾਅਦ ਫੁੱਲ ਸਟਾਪ ਜ਼ਰੂਰ ਲਗਾਉਣਾ ਹੈ। ਇਹ ਮੈਂ ਰੈੱਡ ਕਲਰ ਦੀ ਬਿੰਦੀ ਲਗਾਈ ਹੈ, ਤੁਸੀਂ ਆਪਣਾ ਜੋ ਤੁਹਾਡੇ ਕੋਲ ਪੈਨ ਹੈ ਉਸ ਦੇ ਨਾਲ ਜੋ ਹੈ ਇਹ ਫੁੱਲ ਸਟਾਪ ਲਗਾਉਣਾ ਹੈ। ਹਾਂਜੀ। ਆਈ ਹੈਵ ਸਵੀਟਸ ਫਰੂਟ ਕੁਕੀਜ਼ ਐਟ ਮਾਈ ਹੋਮ। ਦੇਖੋ ਆਈ ਜੋ ਹੈ ਇਹਨਾਂ ਨੇ ਸਮਾਲ ਲਿਖ ਰੱਖਿਆ ਹੈ। ਸੈਂਟੈਂਸ ਜਦ ਵੀ ਸਟਾਰਟ ਹੁੰਦਾ ਹੈ ਤਾਂ ਫਰਸਟ ਲੈਟਰ ਜੋ ਹੈ ਉਹ ਕੈਪੀਟਲ ਹੁੰਦਾ ਹੈ। ਤਾਂ ਆਈ ਜੋ ਹੈ ਅਸੀਂ ਕੈਪੀਟਲ ਕਰਾਂਗੇ। ਹੈਵ ਸਵੀਟਸ, ਹੁਣ ਸਵੀਟਸ ਤੋਂ ਬਾਅਦ ਅੱਗੇ ਜੋ ਹੈ ਫਰੂਟ ਦੀ ਗੱਲ ਹੋ ਰਹੀ ਹੈ ਤਾਂ ਸਵੀਟਸ ਤੋਂ ਬਾਅਦ ਕੋਮਾ ਲੱਗੂਗਾ। ਹਾਂਜੀ, ਸਵੀਟਸ ਤੋਂ ਬਾਅਦ ਕੋਮਾ ਆ ਗਿਆ। ਫਰੂਟ ਐਂਡ ਕੁਕੀਜ਼ ਐਟ ਮਾਈ ਹੋਮ, ਹੋਮ ਤੋਂ ਬਾਅਦ ਅਸੀਂ ਫੁੱਲ ਸਟਾਪ ਲਗਾਉਣਾ ਹੈ। ਹਾਂਜੀ। ਇਸ ਦੇ ਵਿੱਚ ਚੇਂਜਸ ਕੀ ਕੀਤੇ ਹੈ, ਇੱਕ ਤਾਂ ਆਈ ਨੂੰ ਅਸੀਂ ਕੈਪੀਟਲ ਕੀਤਾ ਹੈ, ਇੱਕ ਸਵੀਟਸ ਤੋਂ ਬਾਅਦ ਕੋਮਾ ਲਗਾਇਆ ਹੈ, ਤੇ ਫਰੂਟ ਔਰ ਕੁਕੀਜ਼। ਦੇਖੋ ਫਰੂਟ ਤੇ ਕੁਕੀਜ਼ ਦੇ ਵਿੱਚ ਐਂਡ ਜੋ ਹੈ ਆਊਗਾ, ਠੀਕ ਹੈ, ਕਿਉਂਕਿ ਕੁਕੀਜ਼ ਤੋਂ ਬਾਅਦ ਕੋਈ ਹੋਰ ਚੀਜ਼ ਨਹੀਂ ਹੈ। ਜੇ ਕੁਕੀਜ਼ ਤੋਂ ਬਾਅਦ ਅਗਰ ਕੋਈ ਹੋਰ ਚੀਜ਼ ਹੁੰਦੀ ਨਾ, ਮੰਨ ਲਓ ਕੁਛ ਹੋਰ ਕੋਈ ਬਿਸਕਿਟਸ ਵਗੈਰਾ ਦੱਸੇ ਹੁੰਦੇ ਜਾਂ ਕੁਛ ਵੀ ਹੋਰ ਦੱਸਿਆ ਹੁੰਦਾ, ਫਿਰ ਅਸੀਂ ਕੁਕੀਜ਼ ਤੋਂ ਪਹਿਲਾਂ ਐਂਡ ਨਹੀਂ ਲਗਾਉਂਦੇ, ਫਿਰ ਅਸੀਂ ਕੋਮਾ ਲਗਾਉਣਾ ਸੀ। ਪਰ ਕੁਕੀਜ਼ ਤੋਂ ਬਾਅਦ ਕੁਛ ਵੀ ਨਹੀਂ ਹੈ ਤਾਂ ਫਿਰ ਸਾਨੂੰ ਫਰੂਟ ਤੇ ਕੁਕੀਜ਼ ਦੇ ਵਿੱਚ ਐਂਡ ਲਗਾਉਣਾ ਪਏਗਾ। ਇੱਕ ਵਾਰੀ ਦੇਖ ਲਓ, ਆਈ ਜੋ ਹੈ ਉਹ ਸਮਾਲ ਸੀ, ਉਸਨੂੰ ਕੈਪੀਟਲ ਕੀਤਾ ਹੈ। ਸਵੀਟਸ ਤੋਂ ਬਾਅਦ ਅਸੀਂ ਕੋਮਾ ਲਗਾਇਆ ਹੈ, ਤੇ ਫਰੂਟ ਤੇ ਕੁਕੀਜ਼ ਦੇ ਵਿੱਚ ਐਂਡ ਅਸੀਂ ਜੋ ਹੈ ਲਗਾਇਆ ਹੈ। ਹਾਂਜੀ। ਤੇ ਹੋਮ ਜੋ ਹੈ HOME, ਇਸ ਤੋਂ ਬਾਅਦ ਜੋ ਹੈ ਅਸੀਂ ਫੁੱਲ ਸਟਾਪ ਲਗਾਉਣਾ ਹੈ। ਇਹ ਚੇਂਜਸ ਕੀਤੇ हैं ਅਸੀਂ। ਨੈਕਸਟ ਹੈ ਵਟ ਆਰ ਯੂ ਸੇਇੰਗ ਨੀਲੂ। ਵੀ ਨੀਲੂ ਤੂੰ ਜੋ ਹੈ ਕੀ ਕਹਿ ਰਹੀ ਹੈ, ਠੀਕ ਹੈ, ਇਹ ਚੀਜ਼ ਹੈ। ਇੱਥੇ ਨਾ ਇੱਕ ਤਰ੍ਹਾਂ ਦਾ ਇਹ ਕੁਐਸਚਨ ਹੈ।
ਅਗਰ ਕੁਐਸਚਨ ਦੀ ਗੱਲ ਹੋਏ ਤਾਂ ਫਿਰ ਅਸੀਂ ਲਾਸਟ ਦੇ ਵਿੱਚ ਕੁਐਸਚਨ ਮਾਰਕ ਦਾ ਸਾਈਨ ਲਗਾਉਣਾ ਹੁੰਦਾ ਹੈ। ਹਾਂਜੀ, ਇੱਕ ਤਾਂ ਵਟ ਦਾ ਜੋ W ਹੈ ਉਹ ਅਸੀਂ ਕੈਪੀਟਲ ਕਰਾਂਗੇ, ਤਾਂ ਵਟ ਦਾ ਜੋ W ਹੈ ਉਹ ਕੈਪੀਟਲ ਕਰ ਦਿੱਤਾ। ਠੀਕ ਹੈ, ਇਸ ਤੋਂ ਬਾਅਦ ਜੋ ਸੇਇੰਗ ਹੈ, ਸੇਇੰਗ ਤੋਂ ਬਾਅਦ ਲੱਗੇਗਾ ਕੋਮਾ, ਤੇ ਜੋ ਨੀਲੂ ਹੈ ਉਹ ਕਿਸੇ ਖਾਸ ਬੰਦੇ ਦਾ ਜਾਂ ਕਿਸੇ ਲੇਡੀ ਦਾ ਜੋ ਹੈ ਗਰਲ ਦਾ ਨਾਂ ਹੈ, ਤਾਂ ਜੋ ਇਹਦਾ N ਹੈ ਉਹ ਸਾਨੂੰ ਕੈਪੀਟਲ ਕਰਨਾ ਪਏਗਾ। ਨੀਲੂ ਦਾ ਜੋ N ਹੈ ਉਹ ਸਾਨੂੰ ਕੈਪੀਟਲ ਕਰਨਾ ਹੈ। ਇਸ ਤੋਂ ਬਾਅਦ ਇੱਕ ਕੁਐਸਚਨ ਹੈ, ਵਟ ਆਰ ਯੂ ਸੇਇੰਗ, ਵੀ ਤੂੰ ਕੀ ਕਹਿ ਰਹੀ ਹੈ, ਤਾਂ ਇਹ ਜੋ ਹੈ ਕੁਐਸਚਨ ਹੈ, ਤਾਂ ਸਾਨੂੰ ਕੁਐਸਚਨ ਮਾਰਕ ਜੋ ਹੈ ਉਹ ਯੂਜ਼ ਕਰਨਾ ਹੈ। ਇਹ ਜੋ ਹੈ ਮੈਂ ਕੁਐਸਚਨ ਮਾਰਕ ਦਾ ਸਾਈਨ ਬਣਾ ਕੇ ਦਿਖਾਇਆ ਹੈ। ਇੱਦਾਂ ਦਾ ਤੁਸੀਂ ਜੋ ਹੈ ਇਹ ਸਾਈਨ ਬਣਾਉਣਾ ਹੈ। ਵੈਸੇ ਇੱਥੇ ਜੋ ਹੈ ਮੈਂ ਬਣਾ ਰੱਖਿਆ ਹੈ, ਤੁਸੀਂ ਵੇਖ ਸਕਦੇ ਹੋ। ਇਹ ਜੋ ਹੈ ਕੁਐਸਚਨ ਮਾਰਕ ਦਾ ਸਾਈਨ ਹੈ। ਜਦੋਂ ਅਸੀਂ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੁੰਦਾ ਹੈ ਤਾਂ ਅਸੀਂ ਇਹ ਸਾਈਨ ਵਰਤਦੇ ਹੁੰਦੇ ਹਾਂ। ਹਾਂਜੀ, ਨੈਕਸਟ ਹੈ, ਹਾਊ ਡਿਡ ਯੂ ਕਮ ਟੂ ਨੋ ਸੈਡ ਗੁਰਪ੍ਰੀਤ, ਵੀ ਤੈਨੂੰ ਜੋ ਹੈ ਇਸ ਦੇ ਬਾਰੇ ਕਿੱਦਾਂ ਜੋ ਹੈ ਪਤਾ ਲੱਗਿਆ। ਇਹ ਜੋ ਹੈ ਗੁਰਪ੍ਰੀਤ ਨੇ ਜੋ ਹੈ ਪੁੱਛਿਆ। ਅਗਰ ਸੈਡ ਆ ਜਾਏ, ਸੈਡ ਗੁਰਪ੍ਰੀਤ ਜਿਵੇਂ ਇੱਥੇ ਆਇਆ ਹੈ, ਸੈਡ ਮੀਨਸ ਵੀ ਕੋਈ ਜੋ ਹੈ ਕਿਸੇ ਚੀਜ਼ ਬਾਰੇ ਕਹਿ ਰਿਹਾ ਹੈ ਜਾਂ ਪੁੱਛ ਰਿਹਾ ਹੈ। ਠੀਕ ਹੈ, ਤਾਂ ਸੈਡ ਤੋਂ ਪਹਿਲਾਂ ਜੋ ਚੀਜ਼ ਹੈ ਜਾਂ ਸੈਡ ਤੋਂ ਬਾਅਦ ਦੇ ਵਿੱਚ ਜੋ ਚੀਜ਼ ਆਉਂਦੀ ਹੈ ਉਸਨੂੰ ਅਸੀਂ ਇਨਵਰਟਿਡ ਕੋਮਾਸ ਦੇ ਵਿੱਚ ਰੱਖਦੇ ਹਾਂ। ਉਹਦਾ ਕਾਰਨ ਕੀ ਹੈ, ਵੀ ਕੋਈ ਕਿਸੇ ਤੋਂ ਕੁਝ ਪੁੱਛ ਰਿਹਾ ਹੈ ਜਾਂ ਕਿਸੇ ਨੂੰ ਕੁਝ ਜੋ ਹੈ ਉਹ ਕਹਿ ਰਿਹਾ ਹੈ। ਹਾਊ ਡਿਡ ਯੂ ਕਮ ਟੂ ਨੋ, ਤਾਂ ਇਸ ਨੂੰ ਅਸੀਂ ਇਨਵਰਟਿਡ ਕੋਮਾਸ ਦੇ ਵਿੱਚ ਰੱਖਿਆ ਹੈ, ਤੇ ਹਾਊ ਦਾ ਜੋ H ਹੈ ਉਹ ਸਮਾਲ ਦੇ ਰੱਖਿਆ ਸੀ, ਉਸਨੂੰ ਅਸੀਂ ਕੈਪੀਟਲ ਕੀਤਾ ਹੈ, ਤੇ ਇਨਵਰਟਿਡ ਕੋਮਾਸ ਹਾਊ ਤੋਂ ਸਟਾਰਟ ਕਰਕੇ ਫਿਰ, ਕਿਉਂਕਿ ਇਹ ਕੁਐਸਚਨ ਹੈ ਵੀ ਜੋ ਗੁਰਪ੍ਰੀਤ ਹੈ ਉਹ ਜੋ ਹੈ ਪੁੱਛਦਾ ਪਿਆ ਹੈ ਜਾਂ ਕਹਿ ਰਿਹਾ ਹੈ ਵੀ ਤੈਨੂੰ ਜੋ ਹੈ ਇਸ ਦੇ ਬਾਰੇ ਕਿੱਦਾਂ ਪਤਾ ਚੱਲਿਆ, ਤਾਂ ਇਹ ਜੋ ਹੈ ਇੱਕ ਤਰ੍ਹਾਂ ਦਾ ਕੁਐਸਚਨ ਹੈ, ਤਾਂ ਅਸੀਂ ਲਾਸਟ ਦੇ ਵਿੱਚ ਕੁਐਸਚਨ ਮਾਰਕ ਲਗਾਵਾਂਗੇ। ਠੀਕ ਹੈ, ਵੇਖ ਸਕਦੇ ਹੋ ਤੁਸੀਂ ਕੁਐਸਚਨ ਮਾਰਕ ਲੱਗਿਆ ਹੋਇਆ ਹੈ, ਤੇ ਉਸ ਤੋਂ ਬਾਅਦ ਇਨਵਰਟਿਡ ਕੋਮਾਸ ਅਸੀਂ ਕਲੋਜ਼ ਕਰਾਂਗੇ। ਤੇ ਇਸ ਤੋਂ ਇਲਾਵਾ ਜੋ ਗੁਰਪ੍ਰੀਤ ਹੈ ਉਹ ਇੱਕ ਪ੍ਰੋਪਰ ਨਾਊਨ ਹੈ, ਕਿਸੇ ਖਾਸ ਬੰਦੇ ਦਾ ਨਾਂ ਹੈ, ਤਾਂ ਗੁਰਪ੍ਰੀਤ ਦਾ ਜੋ G ਹੈ ਉਹ ਅਸੀਂ ਕੈਪੀਟਲ ਯੂਜ਼ ਕਰਾਂਗੇ। ਤੇ ਇਸ ਤੋਂ ਇਲਾਵਾ ਗੁਰਪ੍ਰੀਤ ਤੇ ਕਿਉਂਕਿ ਸੈਂਟੈਂਸ ਖਤਮ ਹੋ ਰਿਹਾ ਹੈ ਤਾਂ ਫੁੱਲ ਸਟਾਪ ਯੂਜ਼ ਕਰਨਾ ਹੈ। ਨੈਕਸਟ ਹੈ, ਸਿਮਰਨ, ਜਸਪ੍ਰੀਤ, ਨੀਲਮ ਐਂਡ ਅਨੂ ਗੋ ਬਾਏ ਬੱਸ। ਦੇਖੋ, ਜੋ ਸਿਮਰਨ, ਜਸਪ੍ਰੀਤ, ਨੀਲਮ ਤੇ ਅਨੂ ਇਹ ਸਾਰੇ ਜੋ ਹੈ ਪ੍ਰੋਪਰ ਨਾਊਨਸ ਹੈ, ਕਿਸੇ ਪਰਸਨਸ ਦੇ ਨਾਂ ਨੇ, ਤਾਂ ਇਹਨਾਂ ਦਾ ਜੋ ਫਰਸਟ ਜੋ ਲੈਟਰ ਹੈ ਉਹ ਕੈਪੀਟਲ ਆਊਗਾ। ਸਿਮਰਨ ਦਾ S ਕੈਪੀਟਲ, ਫਿਰ ਸਿਮਰਨ ਤੋਂ ਬਾਅਦ ਅਸੀਂ ਕੋਮਾ ਲਗਾਉਣਾ ਹੈ। ਜਸਪ੍ਰੀਤ ਦਾ J ਕੈਪੀਟਲ, ਫਿਰ ਜਸਪ੍ਰੀਤ ਤੋਂ ਬਾਅਦ ਅਸੀਂ ਕੋਮਾ ਲਗਾਉਣਾ ਹੈ। ਨੀਲਮ ਦਾ N, ਠੀਕ ਹੈ, ਕੈਪੀਟਲ, ਫਿਰ ਇਸ ਤੋਂ ਬਾਅਦ ਐਂਡ ਅਨੂ ਦਾ A ਜੋ ਹੈ ਉਹ ਕੈਪੀਟਲ। ਗੋ ਬਾਏ ਬੱਸ, ਤੇ ਬੱਸ ਤੋਂ ਬਾਅਦ ਅਸੀਂ ਜੋ ਹੈ ਬੱਸ ਤੋਂ ਬਾਅਦ ਅਸੀਂ ਫੁੱਲ ਸਟਾਪ ਯੂਜ਼ ਕਰਾਂਗੇ। ਸਿਮਰਨ ਕੋਮਾ ਜਸਪ੍ਰੀਤ ਕੋਮਾ ਨੀਲਮ ਐਂਡ ਅਨੂ ਗੋ ਬਾਏ ਬੱਸ। ਬੱਸ ਤੋਂ ਬਾਅਦ ਫੁੱਲ ਸਟਾਪ ਜ਼ਰੂਰ ਲਗਾ ਲੈਣਾ। ਹਾਂਜੀ, ਨੈਕਸਟ ਹੈ, ਕਵਿਤਾ ਸੈਡ ਦੇ ਆਰ ਨੋਟ ਯੂਜ਼ਿੰਗ ਟੋਇਲੇਟਸ। ਤਾਂ ਹੁਣ ਕਵਿਤਾ ਨੇ ਕਿਹਾ ਹੈ, ਠੀਕ ਹੈ, ਅਗਰ ਕੋਈ ਚੀਜ਼ ਕੋਈ ਕਹਿੰਦਾ ਹੈ ਤਾਂ ਉਸਨੂੰ ਅਸੀਂ ਇਨਵਰਟਿਡ ਕੋਮਾਸ ਦੇ ਵਿੱਚ ਰੱਖਣਾ ਹੈ। ਮੈਂ ਪਹਿਲਾਂ ਦੱਸਿਆ ਸੀ ਵੀ ਸੈਡ ਤੋਂ ਪਹਿਲਾਂ ਤੇ ਸੈਡ ਤੋਂ ਬਾਅਦ ਦੇ ਵਿੱਚ ਅਸੀਂ ਹਮੇਸ਼ਾ ਇਨਵਰਟਿਡ ਕੋਮਾਸ ਲਗਾਉਣੇ ਹੁੰਦੇ ਹੈ। ਇੱਕ ਕਵਿਤਾ ਸੈਡ, ਕਵਿਤਾ ਦਾ ਜੋ K ਹੈ ਉਸਨੂੰ ਕੈਪੀਟਲ ਕਰਨਾ ਹੈ। ਸੈਡ ਤੋਂ ਬਾਅਦ ਅਸੀਂ ਕੋਮਾ ਲਗਾਵਾਂਗੇ, ਫਿਰ ਇਨਵਰਟਿਡ ਕੋਮਾਸ ਸਟਾਰਟ ਕਰਾਂਗੇ। ਤੇ ਜੋ ਦੇ ਹੈ, ਦੇ ਦਾ ਜੋ ਫਰਸਟ ਜੋ ਲੈਟਰ ਹੈ ਯਾਨੀ ਕਿ T, ਉਸਨੂੰ ਅਸੀਂ ਕੈਪੀਟਲ ਕਰਨਾ ਹੈ ਦੇ, ਠੀਕ ਹੈ। ਦੇ ਆਰ ਨੋਟ ਯੂਜ਼ਿੰਗ ਟੋਇਲੇਟਸ, ਤੇ ਟੋਇਲੇਟਸ ਤੋਂ ਬਾਅਦ ਅਸੀਂ ਫੁੱਲ ਸਟਾਪ ਲਗਾਵਾਂਗੇ, ਉਸ ਤੋਂ ਬਾਅਦ ਅਸੀਂ ਇਨਵਰਟਿਡ ਕੋਮਾਸ ਨੂੰ ਕਲੋਜ਼ ਕਰਨਾ ਹੈ। ਨੈਕਸਟ ਹੈ, ਹਾਊ ਟਾਲ ਦਾ ਬਿਲਡਿੰਗਸ ਆਰ।
ਤਾਂ ਇਹ ਜੋ ਹੈ ਇੱਕ ਤਰ੍ਹਾਂ ਦਾ ਹੈਰਾਨੀ ਵਾਲਾ ਜੋ ਹੈ ਇੱਕ ਸੈਂਟੈਂਸ ਹੈ, ਇਹਦੇ ਵਿੱਚ ਨਾ ਕੁਝ ਸਰਪ੍ਰਾਈਜ਼ਿੰਗ ਫੈਕਟਰ ਹੈ। ਤਾਂ ਵੀ ਇਹ ਇਮਾਰਤਾਂ ਜੋ ਹੈ ਉਹ ਕਿੰਨੀਆਂ ਹੀ ਉੱਚੀਆਂ ਨੇ, ਇਸ ਨਾਲ ਹੈਰਾਨੀ ਜੋ ਹੈ ਦਿਖਾਈ ਗਈ ਹੈ, ਸਰਪ੍ਰਾਈਜ਼ ਦਿਖਾਇਆ ਗਿਆ ਹੈ। ਇਹਦੇ ਵਾਸਤੇ ਅਸੀਂ ਐਕਸਕਲਾਮੇਟਰੀ ਜੋ ਸਾਈਨ ਹੈ ਉਹ ਯੂਜ਼ ਕਰਦੇ ਹੁੰਦੇ ਹਾਂ। ਇਹ ਤੁਸੀਂ ਵੇਖ ਸਕਦੇ ਹੋ ਵੀ ਜੋ ਹਾਊ ਟਾਲ ਦਾ ਬਿਲਡਿੰਗਸ ਆਰ ਤੋਂ ਬਾਅਦ ਜੋ ਸਾਈਨ ਅਸੀਂ ਵਰਤਿਆ ਹੈ ਉਸ ਨੂੰ ਸਾਈਨ ਆਫ ਐਕਸਕਲਾਮੇਸ਼ਨ ਕਹਿੰਦੇ ਹਾਂ। ਤੇ ਇਹ ਅਸੀਂ ਤਾਂ ਯੂਜ਼ ਕਰਨਾ ਹੁੰਦਾ ਹੈ ਜਦ ਕੋਈ ਸਰਪ੍ਰਾਈਜ਼ਿੰਗ ਫੈਕਟਰ ਹੋਏ, ਕੋਈ ਹੈਰਾਨੀ ਵਾਲੀ ਗੱਲ ਹੋਏ ਵੀ ਇਹ ਇਮਾਰਤਾਂ ਕਿੰਨੀਆਂ ਹੀ ਉੱਚੀਆਂ ਨੇ, ਠੀਕ ਹੈ। ਤਾਂ ਇੱਥੇ ਹੈਰਾਨੀ ਦਿਖਾਈ ਗਈ ਹੈ, ਸਰਪ੍ਰਾਈਜ਼ਿੰਗ ਫੈਕਟਰ ਹੈ, ਤਾਂ ਅਸੀਂ ਸਾਈਨ ਆਫ ਐਕਸਕਲਾਮੇਸ਼ਨ ਯੂਜ਼ ਕਰਾਂਗੇ। ਤੇ ਇੱਥੇ ਇੱਕ ਗੱਲ ਹੋਰ, ਹਾਊ ਦਾ ਜੋ ਐਚ ਹੈ ਉਹ ਸਮਾਲ ਸਾਨੂੰ ਦੇ ਰੱਖਿਆ ਹੈ, ਉਸ ਨੂੰ ਅਸੀਂ ਕੈਪੀਟਲ ਕਰਾਂਗੇ। ਹਾਊ ਟਾਲ ਦਾ ਬਿਲਡਿੰਗਸ ਆਰ, ਤੇ ਇਸ ਤੋਂ ਬਾਅਦ ਸਾਈਨ ਆਫ ਐਕਸਕਲਾਮੇਸ਼ਨ। ਨੈਕਸਟ ਹੈ ਜੀ, ਇੱਕ ਪੋਇਮ ਦੇ ਰੱਖੀ ਹੈ, ਇਹਨਾਂ ਨੇ ਕਿਹਾ ਹੈ ਰਿਸਾਈਟ ਕਰੋ ਵੀ ਇਸ ਨੂੰ ਬੋਲੋ। ਤਾਂ ਬਿਟਸ ਆਫ ਪੇਪਰ ਲਾਈਂਗ ਔਨ ਦਾ ਫਲੋਰ, ਇਹ ਕਲੀਨਲੀਨੈਸ ਦੇ ਉੱਪਰ ਜੋ ਹੈ ਇੱਕ ਪੋਇਮ ਹੈ। ਤਾਂ ਇਸ ਦਾ ਨਾਲ ਮੀਨਿੰਗ ਕੀ ਹੈ ਮੈਂ ਸਮਝਾ ਦਿੰਦਾ ਹਾਂ। ਬਿਟਸ ਆਫ ਪੇਪਰ ਲਾਈਂਗ ਔਨ ਦਾ ਫਲੋਰ, ਵੀ ਪੇਪਰ ਦੇ ਜੋ ਪੀਸਿਸ ਨੇ ਉਹ ਫਰਸ਼ 'ਤੇ ਜੋ ਹੈ ਇੱਦਾਂ ਹੀ ਮਤਲਬ ਪਏ ਹੋਏ ਨੇ, ਲਾਈਂਗ ਯਾਨੀ ਕਿ ਪਏ ਹੋਏ ਨੇ। ਪੁੱਟ them ਇਨ ਦਾ ਡਸਟਬਿਨ ਕੈਪਟ ਬਿਹਾਈਂਡ ਦਾ ਡੋਰ, ਵੀ ਦਰਵਾਜ਼ੇ ਦੇ ਪਿੱਛੇ ਜੋ ਡਸਟਬਿਨ ਹੈ ਉਸ ਦੇ ਵਿੱਚ ਇਹਨਾਂ ਨੂੰ ਜੋ ਹੈ ਪੇਪਰ ਦੇ ਜੋ ਇਹ ਪੀਸਿਸ ਨੇ ਜਿਨ੍ਹਾਂ ਦੇ ਵਾਸਤੇ ਬਿਟਸ ਵਰਡ ਯੂਜ਼ ਕੀਤਾ ਗਿਆ ਹੈ, ਯਾਨੀ ਕਿ ਪੇਪਰ ਦੇ ਜੋ ਟੁਕੜੇ ਨੇ ਉਹਨਾਂ ਨੂੰ ਜੋ ਹੈ ਡਸਟਬਿਨ ਦੇ ਵਿੱਚ ਜੋ ਹੈ ਜਾ ਕੇ ਪਾ ਦਿਓ, ਯਾਨੀ ਕਿ ਫੈਂਕ ਦਿਓ। ਨੈਕਸਟ ਹੈ ਵਾਸ਼ ਯੂਅਰ ਹੈਂਡਸ ਬਿਫੋਰ ਈਟਿੰਗ ਯੂਅਰ ਫੂਡ, ਵੀ ਖਾਣਾ ਖਾਣ ਤੋਂ ਪਹਿਲਾਂ ਜੋ ਹੈ ਆਪਣੇ ਹੱਥ ਜੋ ਹੈ ਧੋਵੋ, ਠੀਕ ਹੈ, ਯਾਨੀ ਕਿ ਵਾਸ਼ ਕਰੋ। ਸੋ ਦੈਟ ਦਾ ਜਰਮਸ ਡੋਂਟ ਸਪੋਇਲ ਯੂਅਰ ਮੂਡ, ਵੀ ਜੋ ਜਰਮਸ ਨੇ ਯਾਨੀ ਕਿ ਜੋ ਕੀਟਾਣੂ ਨੇ, ਸਪੋਇਲ ਦਾ ਮੀਨਿੰਗ ਹੁੰਦਾ ਹੈ ਖਰਾਬ ਕਰਨਾ, ਵੀ ਉਹ ਤੁਹਾਡੇ ਮੂਡ ਨੂੰ ਯਾਨੀ ਕਿ ਤੁਹਾਡੀ ਸਿਹਤ ਨੂੰ ਜੋ ਹੈ ਉਹ ਖਰਾਬ ਨਾ ਕਰ ਸਕਣ। ਅਗਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਜੋ ਹੈ ਉਹ ਵਾਸ਼ ਕਰੋਗੇ, ਹੈਂਡਸ ਨੂੰ ਵਾਸ਼ ਕਰੋਗੇ, ਤਾਂ ਜੋ ਕੀਟਾਣੂ ਨੇ ਉਹ ਤੁਹਾਡੀ ਸਿਹਤ ਨੂੰ ਖਰਾਬ ਨਹੀਂ ਕਰ ਸਕਣਗੇ। ਨੈਕਸਟ ਹੈ ਵਾਸ਼ ਯੂਅਰ ਹੈਂਡਸ ਆਫਟਰ ਗੋਇੰਗ ਟੂ ਦਾ ਟੋਇਲੇਟ, ਵੀ ਟੋਇਲੇਟ ਜਾਣ ਤੋਂ ਬਾਅਦ ਜੋ ਹੈ ਤੁਸੀਂ ਆਪਣੇ ਹੱਥਾਂ ਨੂੰ ਜੋ ਹੈ ਯਾਨੀ ਕਿ ਵਾਸ਼ ਕਰੋ। ਸੋ ਦੈਟ ਨੋ ਡਿਸੀਜ਼ ਐਵਰ ਇਨਵੇਡਸ ਆਵਰ ਪਲੈਨਟ, ਦੇਖੋ ਇਨਵੇਡਸ ਦਾ ਮੀਨਿੰਗ ਹੁੰਦਾ ਹੈ ਵੈਸੇ ਆਕਰਮਣ ਕਰਨਾ, ਵੀ ਕਿਸੇ ਦੇ ਉੱਪਰ ਜੋ ਹੈ ਇੱਕ ਤਰ੍ਹਾਂ ਦਾ ਜੰਗ ਛੇੜ ਦੇਣਾ ਜਾਂ ਆਕਰਮਣ ਕਰ ਦੇਣਾ। ਇੱਥੇ ਇਹ ਦੱਸਿਆ ਗਿਆ ਵੀ ਟੋਇਲੇਟ ਜਾਣ ਤੋਂ ਬਾਅਦ ਜੋ ਹੈ ਹੱਥ ਆਪਣੇ ਜੋ ਹੈ ਉਹ ਯਾਨੀ ਕਿ ਹੈਂਡਸ ਵਾਸ਼ ਕਰੋ, ਤਾਂ ਕਿ ਜੋ ਬਿਮਾਰੀਆਂ ਨੇ, ਜੋ ਡਿਸੀਜ਼ਜ਼ ਨੇ, ਬਿਮਾਰੀਆਂ, ਉਹ ਜੋ ਹੈ ਸਾਡੇ ਪਲੈਨਟ ਯਾਨੀ ਕਿ ਜਿਸ ਅਰਥ ਦੇ ਉੱਪਰ ਯਾਨੀ ਕਿ ਧਰਤੀ ਦੇ ਉੱਪਰ ਅਸੀਂ ਰਹਿੰਦੇ ਹਾਂ ਉਸ 'ਤੇ ਕੋਈ ਜੋ ਹੈ ਉਹ ਨਾ ਆ ਸਕਣ, ਕੋਈ ਆਕਰਮਣ ਨਾ ਕਰ ਸਕਣ। ਆਲਵੇਜ਼ ਕੀਪ ਯੂਅਰ ਸਰਾਊਂਡਿੰਗਸ ਬਿਊਟੀਫੁਲ, ਵੀ ਜੋ ਆਪਣੇ ਆਲੇ ਦੁਆਲੇ ਦਾ ਜੋ ਤੁਹਾਡਾ ਇਲਾਕਾ ਹੈ, ਠੀਕ ਹੈ, ਆਲੇ ਦੁਆਲੇ ਨੂੰ ਆਪਣਾ ਜੋ ਹੈ ਸੁੰਦਰ ਰੱਖੋ, ਸੋਹਣਾ ਬਣਾ ਕੇ ਰੱਖੋ। ਐਂਡ ਟੂ ਅਚੀਵ ਦਿਸ ਵਨ ਸ਼ੁੱਡ ਆਲਵੇਜ਼ ਬੀ ਡਿਊਟੀਫੁਲ, ਡਿਊਟੀਫੁਲ ਹੁੰਦਾ ਹੈ ਵੀ ਜੋ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਫੁਲਫਿਲ ਕਰੇ, ਯਾਨੀ ਕਿ ਜੋ ਆਪਣੀ ਜੋ ਉਸਦੀ ਡਿਊਟੀਜ਼ ਹੈ ਉਹਨਾਂ ਨੂੰ ਓਨੈਸਟੀ ਦੇ ਨਾਲ ਜੋ ਹੈ ਉਹ ਕਰੇ। ਵੀ ਅਗਰ ਕੋਈ ਕਿੱਧਰ ਜਿਵੇਂ ਹੁਣ ਪਹਿਲਾਂ ਅਸੀਂ ਪੜ੍ਹਿਆ ਸੀ ਵੀ ਜੋ ਬਿਟਸ ਆਫ ਪੇਪਰ ਹੈ, ਵੀ ਪੇਪਰ ਦੇ ਟੁਕੜੇ ਅਗਰ ਤੁਹਾਨੂੰ ਨਜ਼ਰ ਆਏ ਹੈ ਫਰਸ਼ ਦੇ ਉੱਤੇ ਤਾਂ ਉਹਨਾਂ ਨੂੰ ਡਸਟਬਿਨ ਦੇ ਵਿੱਚ ਥਰੋ ਕਰ ਦਿਓ। ਇਸ ਤੋਂ ਇਲਾਵਾ ਹੋਰ ਵੀ ਕੋਈ ਗੰਦਗੀ ਜੋ ਹੈ ਉਹ ਤੁਸੀਂ ਨਾ ਫੈਲਾਓ। ਹਾਂਜੀ, ਆਲਵੇਜ਼ ਕੀਪ ਯੂਅਰ ਸਰਾਊਂਡਿੰਗਸ ਬਿਊਟੀਫੁਲ, ਵੀ ਆਪਣੇ ਆਲੇ ਦੁਆਲੇ ਨੂੰ ਜੋ ਹੈ ਉਹ ਸੋਹਣਾ ਬਣਾ ਕੇ ਰੱਖੋ। ਐਂਡ ਟੂ ਅਚੀਵ ਦਿਸ ਵਨ ਸ਼ੁੱਡ ਆਲਵੇਜ਼ ਬੀ ਬਿਊਟੀਫੁਲ, ਤੇ ਅਚੀਵ ਹੁੰਦਾ ਹੈ ਵੀ ਇਸ ਨੂੰ ਇੱਕ ਤਰ੍ਹਾਂ ਦਾ ਕਿਸੇ ਚੀਜ਼ ਨੂੰ ਪਾਣਾ, ਕਿਸੇ ਚੀਜ਼ ਨੂੰ ਮਤਲਬ ਜੋ ਹੈ ਮਤਲਬ ਪ੍ਰਾਪਤ ਕਰਨਾ, ਕਿਸੇ ਚੀਜ਼ ਤੱਕ ਪਹੁੰਚਣਾ, ਕਿਸੇ ਚੀਜ਼ ਨੂੰ ਪਾਉਣ ਵਾਸਤੇ ਕੋਸ਼ਿਸ਼ ਕਰਨਾ। ਤਾਂ ਐਂਡ ਟੂ ਅਚੀਵ ਦਿਸ ਵਨ ਸ਼ੁੱਡ ਆਲਵੇਜ਼ ਬੀ ਬਿਊਟੀਫੁਲ, ਵੀ ਆਪਣੇ ਆਲੇ ਦੁਆਲੇ ਨੂੰ ਸੁੰਦਰ ਰੱਖਣ ਵਾਸਤੇ, ਸੋਹਣਾ ਬਣਾਉਣ ਵਾਸਤੇ ਸਾਨੂੰ ਜੋ ਹੈ ਆਪਣੀ ਜੋ ਡਿਊਟੀਜ਼ ਹੈ, ਰਿਸਪੌਂਸਿਬਿਲਿਟੀਜ਼ ਹੈ, ਉਹ ਸਾਰੀ ਜੋ ਹੈ ਉਹ ਨਿਭਾਉਣੀ ਚਾਹੀਦੀਆਂ ਨੇ। ਇਹ ਕਨਵਰਜ਼ੇਸ਼ਨ ਹੈ। ਟੀਚਰ ਵਿਲ ਇਨਕਰੇਜ ਦਾ ਸਟੂਡੈਂਟਸ ਟੂ ਪ੍ਰੈਕਟਿਸ ਦਾ ਫੋਲੋਇੰਗ ਕਨਵਰਜ਼ੇਸ਼ਨ, ਤਾਂ ਇਹ ਤੁਸੀਂ ਵੇਖ ਸਕਦੇ ਹੋ। ਲੈਟਸ ਗੋ ਫॉर ਲੰਚ ਮਨਜੀਤ, ਤਾਂ ਇਹ ਜੋ ਲੇਡੀ ਹੈ ਇਹ ਮਤਲਬ ਇੱਕ ਜੋ ਬੱਚੀ ਹੈ ਮਨਜੀਤ, ਉਸ ਨੂੰ ਕਹਿ ਰਹੀ ਹੈ ਵੀ ਚਲੋ ਆਓ ਖਾਣਾ ਖਾਂਦੇ ਹਾਂ। ਓਕੇ ਆਈ ਐਮ ਕਮਿੰਗ, ਮਨਜੀਤ ਅੱਗੋਂ ਜਵਾਬ ਦੇ ਰਹੀ ਹੈ, ਹਾਂ ਮੈਂ ਆ ਰਹੀ ਹਾਂ।
ਇਸ ਤੋਂ ਬਾਅਦ ਇਹ ਲੇਡੀ ਮਨਜੀਤ ਨੂੰ ਕਹਿੰਦੇ ਹੈ ਹੈਵ ਯੂ ਵਾਸ਼ਡ ਯੂਅਰ ਹੈਂਡਸ, ਵੀ ਕੀ ਤੂੰ ਆਪਣੇ ਜੋ ਹੈਂਡਸ ਹੈ ਉਹਨਾਂ ਨੂੰ ਵਾਸ਼ ਕਰ ਲਿਆ ਹੈ। ਮਨਜੀਤ ਅੱਗੋਂ ਜਵਾਬ ਦਿੰਦੀ ਹੈ ਓ ਆਈ ਫੋਰਗੋਟ ਲੈਟ ਮੀ ਵਾਸ਼, ਓਹੋ ਵੀ ਮੈਂ ਤਾਂ ਭੁੱਲ ਗਈ ਸੀ। ਲੈਟ ਮੀ ਵਾਸ਼ ਦਾ ਮੀਨਿੰਗ ਹੁੰਦਾ ਵੀ ਮੈਨੂੰ ਜੋ ਹੈ ਚਲੋ ਵਾਸ਼ ਕਰਨ ਦਿਓ, ਚਲੋ ਮੈਂ ਵਾਸ਼ ਕਰਕੇ ਆਂਦੀ ਹਾਂ। ਹਾਂਜੀ, ਨੈਕਸਟ ਇਹਨਾਂ ਨੇ ਸਾਨੂੰ ਕਿਹਾ ਹੈ ਵੀ ਜੋ ਵਰਡਸ ਨੀਚੇ ਦਿੱਤੇ ਗਏ ਹੈ ਇਹਨਾਂ ਨੂੰ ਸਾਨੂੰ ਅਲਾउड जो है वो से करना है, यानी कि बोल के जो है ਵੇਖਣਾ ਹੈ। से द ਫੋਲੋਇੰਗ ਵਰਡਸ ਅਲਾउड, ਇਹਨਾਂ ਵਰਡਸ ਨੂੰ ਉੱਚੀ ਉੱਚੀ ਜੋ ਹੈ ਸਾਨੂੰ ਜੋ ਹੈ ਬੋਲਣਾ ਹੈ, ਮੈਨੀ ਪ੍ਰੈਕਟਿਸ ਕਰਨੀ ਹੈ ਇਹਨਾਂ ਦੀ। ਤਾਂ ਪਹਿਲਾ ਵਰਡ ਕੀ ਹੈ ਆਸਕ, ASK ਆਸਕ, ਮਿਸ, ਪਿਕ, ਚੈੱਕ, ਰਿਪਲਾਈ, ਡਿਸਾਈਡ, ਗ੍ਰੰਬਲ, ਆਸਕਡ, ਮਿਸਡ। ਦੇਖੋ ਲੈਫਟ ਸਾਈਡ ਤੇ ਨਾ ਜੋ ਆਸਕ ਹੈ, ਮਿਸ ਹੈ, ਪਿਕ ਹੈ, ਇਹ ਫਰਸਟ ਫੋਰਮ ਹੈ ਵਰਬ ਦੀ। ਵਰਬ ਕੀ ਹੁੰਦਾ ਹੈ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ, ਠੀਕ ਹੈ। ਇਹ ਫਰਸਟ ਫੋਰਮ ਹੁੰਦੀ ਹੈ ਤੇ ਜੋ ਰਾਈਟ ਸਾਈਡ ਹੈ ਉੱਥੇ ਆਸਕ ਦੀ ਸੈਕਿੰਡ ਫੋਰਮ ਦੇ ਰੱਖੀ ਹੈ, ਵਰਬ ਦੀ ਸੈਕਿੰਡ ਫੋਰਮ ਦੇ ਰੱਖੀ ਹੈ, ਉਹ ਹੈ ਆਸਕਡ। ਮਿਸ ਦੀ ਸੈਕਿੰਡ ਫੋਰਮ ਹੈ ਮਿਸਡ, ਪਿਕ ਦੀ ਸੈਕਿੰਡ ਫੋਰਮ ਹੈ ਪਿਕਡ, ਚੈੱਕ ਦੀ ਸੈਕਿੰਡ ਫੋਰਮ ਹੈ ਚੈਕਡ, ਰਿਪਲਾਈਡ, ਡਿਸਾਈਡਡ, ਗ੍ਰੰਬਲਡ। ਲੈਟਸ ਰੀਡ। ਤਾਂ ਇੱਥੇ ਜੋ ਹੈ ਸਾਨੂੰ ਹੈਲਦੀ ਹੈਬਿਟਸ ਬਾਰੇ ਜੋ ਹੈ ਦੱਸਿਆ ਗਿਆ ਹੈ। ਹਾਂਜੀ, ਹੈਲਦੀ ਹੈਬਿਟਸ ਕੀ ਹੁੰਦੀਆਂ ਨੇ? ਫਰਸਟ ਹੈ ਡਰਿੰਕ ਕਲੀਨ ਵਾਟਰ, ਵੀ ਸਾਫ਼ ਪਾਣੀ ਪੀਣਾ, ਠੀਕ ਹੈ। ਸੈਕਿੰਡ ਹੈ ਫਰਸਟ ਹੈ ਸਾਫ਼ ਪਾਣੀ ਪੀਣਾ, ਡਰਿੰਕ ਕਲੀਨ ਵਾਟਰ। ਹਾਂਜੀ, ਸੈਕਿੰਡ ਹੈ ਕਵਰ ਯੂਅਰ ਫੂਡ, ਵੀ ਆਪਣੇ ਭੋਜਨ ਨੂੰ ਢੱਕ ਕੇ ਰੱਖਣਾ, ਕਵਰ ਕਰਕੇ ਰੱਖਣਾ। ਥਰਡ ਹੈ ਈਟ ਫਰੈਸ਼ ਫੂਡ, ਵੀ ਤਾਜ਼ਾ ਭੋਜਨ ਜੋ ਹੈ ਖਾਣਾ। फोर्थ है यूज टॉयलेट, टॉयलेट का यूज करना। फिफ्थ है वॉश योर हैंड्स बिफोर ईटिंग, आफ्टर ईटिंग एंड आफ्टर यूजिंग द टॉयलेट, भी खाना खाण तो पहला, खाना खाण तो बाद ते टॉयलेट जान तो बाद जो है अपने हत्थां नूं धोना, यानी कि वाश करना। ये सारियां हेल्दी हैबिट्स ने। नेक्स्ट है लेट्स राइट वट शुड वी डू टू कीप आवर सैल्फ एंड सराउंडिंग्स क्लीन, भी असी आवर सैल्फ होंदा है अपने आप नूं, सराउंडिंग्स होंदा है अपने आले दुआले नूं, भी साफ क्लीन होंदा है साफ रखण वास्ते असी की कुछ कर सकते हाँ। तो आवर सैल्फ वास्ते यानी कि असी अपने बारे गल करनी है, तो अपने बारे तो असी ये कर सकते हाँ साफ रखण वास्ते, क्लीन रखण वास्ते अपने आप नूं। एक तो असी हैंड्स नूं वाश करिए, ठीक है, भी अपने जो हैंड्स हैं, ठीक है, हाथ हैं, उन्होंने प्रॉपर टाइम पे जो है धोंदे रहिए, ठीक है। सैकेंड है डेली बाथिंग, भी असी जो है रोज़ नहाइए। हाँ जी। थर्ड है कटिंग एक्सट्रा नेल्स, भी जोड़े साढ़े नखून वध जाते हैं, जोड़े नौ साढ़े वध जाते हैं, उन्होंने असी जो है कट करिए प्रॉपर टाइम पे, ठीक है। फोर्थ है जी वेयरिंग क्लीन क्लोथ्स, भी असी जो है साफ सुथरे जो है वो जो है कपड़े जो है पाइए। वेयरिंग होंदा है पाना, तो क्लीन क्लोथ्स यानी कि साफ सुथरे। हाँ जी। तो इधर सराउंडिंग्स यानी कि आले दुआले नूं साफ रखने वास्ते असी की कुछ कर सकते हाँ। फर्स्ट है यूजिंग टॉयलेट्स, भी असी टॉयलेट्स का यूज़ करिए। सैकेंड यूजिंग डस्टबिन्स, इत्थे यूजिंग टॉयलेट्स का भाव की है, भी असी देखो पढ़िया सी ओपन डेफिकेशन, भी जो डड्डू बीरो सी, ठीक है, वो परेशान सी भी लोग बाहर दे विच आके यानी कि खुले दे विच आके शौच कर जाते हैं उहदे तालाब के किनारे आस पास आके, तो उस तो फिर बदबू आती है। तो असी टॉयलेट्स का यूज़ करिए, जो प्रॉपर साढ़े घरों दे विच जो टॉयलेट्स अवेलेबल है या पब्लिक टॉयलेट्स अगर असी जो है कितने सड़क ते हाँ, तो जो पब्लिक टॉयलेट्स अवेलेबल है उन्हों का यूज़ करिए। घर दे विच हाँ, तो जो घर दे विच टॉयलेट है उसका यूज़ करिए। इदा ओपन डेफिकेशन या खुले दे विच जो शौच है वो असी ना करिए, ठीक है। सैकेंड है यूजिंग डस्टबिन्स, भी असी डस्टबिन्स का यूज़ करके जो मतलब गंदगी है उसनू डस्टबिन के विच थ्रो करिए, ये नहीं है कि उसनू आस पास आले दुआले जो है इदा ही फेंक दिए। हाँ जी। थर्ड है यूजिंग स्मोकलैस फ्यूल्स, देखो स्मोकलैस तो इत्थे भाव की है, स्मोक होंदा है धुआं,
ਤੇ ਲੈਸ ਹੁੰਦਾ ਹੈ ਵੀ ਜਿਸ ਦੇ ਵਿੱਚ ਧੂਆਂ ਨਾ ਹੋਏ। ਤੇ ਫਿਊਲਸ ਹੁੰਦੇ ਨੇ ਇੰਧਨ, ਠੀਕ ਹੈ। ਤੇ ਜਿਵੇਂ ਕੋਇਲਾ ਹੋ ਗਿਆ, ਪੈਟਰੋਲੀਅਮ ਹੋ ਗਿਆ, ਪਰ ਇਹਨਾਂ ਦੇ ਵਿੱਚੋਂ ਧੂਆਂ ਨਿਕਲਦਾ ਹੈ। ਤੇ CNG, LPG, ਇਹਨਾਂ 'ਚੋਂ ਧੂਆਂ ਕਾਫੀ ਘੱਟ ਨਿਕਲਦਾ ਹੈ, ਬਹੁਤ ਘੱਟ ਨਿਕਲਦਾ ਹੈ, ਠੀਕ ਹੈ। ਤਾਂ ਅਸੀਂ ਇੱਦਾਂ ਦੇ ਜੋ ਫਿਊਲਸ ਹੈ, CNG ਹੋ ਗਿਆ, LPG ਹੋ ਗਿਆ, ਇੱਦਾਂ ਦੇ ਫਿਊਲਸ ਦਾ ਅਸੀਂ ਯੂਜ਼ ਕਰੀਏ ਜਿਨ੍ਹਾਂ 'ਚ ਧੂਆਂ ਬਹੁਤ ਘੱਟ ਨਿਕਲਦਾ ਹੈ। ਸਮੋਕਲੈਸ ਦਾ ਮੀਨਿੰਗ ਇਹ ਹੈ ਵੀ ਜਿਨ੍ਹਾਂ 'ਚ ਧੂਆਂ ਬਹੁਤ ਘੱਟ ਨਿਕਲੇ ਜਾਂ ਨਾ ਦੇ ਬਰਾਬਰ ਨਿਕਲੇ। ਹਾਂਜੀ। ਫੋਰਥ ਹੈ ਜੀ ਅਵੋਇਡ ਯੂਜ਼ਿੰਗ ਪਲਾਸਟਿਕ। ਤੇ ਅਸੀਂ ਜੋ ਪਲਾਸਟਿਕ ਹੈ ਉਹਦਾ ਜੋ ਯੂਜ਼ ਹੈ ਅਵੋਇਡ ਹੁੰਦਾ ਹੈ ਵੀ ਉਸ ਤੋਂ ਬਚੀਏ, ਵੀ ਉਹਦਾ ਯੂਜ਼ ਨਾ ਕਰੀਏ। ਜੋ ਪਲਾਸਟਿਕ ਹੈ ਅਸੀਂ ਉਹਦਾ ਯੂਜ਼ ਨਾ ਕਰੀਏ, ਠੀਕ ਹੈ, ਵੀ ਪਲਾਸਟਿਕ ਦੀ ਥਾਂ ਤੇ ਅਸੀਂ ਕਿਸੇ ਹੋਰ ਚੀਜ਼ ਦਾ ਯੂਜ਼ ਕਰੀਏ। ਹਾਂਜੀ। ਨੈਕਸਟ ਹੈ ਜੀ ਡਿਊਰਿੰਗ ਏ ਮਾਰਨਿੰਗ ਵਾਕ ਯੂ ਫਾਈਂਡ ਸਮ ਪੀਪਲ ਡੈਫੀਕੇਟਿੰਗ ਇਨ ਦਾ ਓਪਨ, ਵਟ ਵਿਲ ਯੂ ਡੂ। ਵੀ ਸਵੇਰ ਵੇਲੇ ਤੁਸੀਂ ਜੋ ਹੈ ਮਾਰਨਿੰਗ ਵਾਕ ਯਾਨੀ ਕਿ ਸੈਰ 'ਤੇ ਗਏ ਹੋ ਅਤੇ ਤੁਸੀਂ ਵੇਖਦੇ ਹੋ ਕਿ ਕੁਝ ਲੋਕ ਜੋ ਹੈ ਉਹ ਖੁੱਲ੍ਹੇ ਦੇ ਵਿੱਚ ਸ਼ੌਚ ਕਰ ਰਹੇ ਨੇ, ਤੁਸੀਂ ਕੀ ਕਰੋਗੇ, ਠੀਕ ਹੈ। ਨੀਚੇ ਕੁਝ ਸਾਨੂੰ ਜੋ ਹੈ ਸੈਂਟੈਂਸਿਸ ਦਿੱਤੇ ਗਏ ਨੇ, ਅਸੀਂ ਉਹਨਾਂ ਦਾ ਜੋ ਹੈ ਸੋਚ ਸਮਝ ਕੇ ਜਵਾਬ ਦੇਣਾ ਹੈ। ਫਸਟ ਹੈ ਕਵਰ ਯੂਅਰ ਨੋਜ਼ ਐਂਡ ਮੂਵ ਅਵੇ। ਵੀ ਅਸੀਂ ਅਗਰ ਕਿਸੇ ਨੂੰ ਸ਼ੌਚ ਕਰਦੇ ਹੋਏ ਖੁੱਲ੍ਹੇ ਦੇ ਵਿੱਚ ਵੇਖ ਰਹੇ ਹਾਂ ਜਾਂ ਵੇਖਿਆ ਹੈ ਮਾਰਨਿੰਗ ਵਾਕ ਯਾਨੀ ਕਿ ਸਵੇਰੇ ਸੈਰ ਦੇ ਸਮੇਂ, ਤਾਂ ਅਸੀਂ ਕੀ ਕਰਾਂਗੇ। ਪਹਿਲਾ ਹੈ ਜੀ ਕਵਰ ਯੂਅਰ ਨੋਜ਼ ਐਂਡ ਮੂਵ ਅਵੇ। ਇੱਕ ਤਾਂ ਅਸੀਂ ਆਪਣੇ ਨੱਕ ਨੂੰ ਢੱਕ ਲਾਂਗੇ ਅਤੇ ਉੱਥੋਂ ਦੀ ਜੋ ਹੈ ਚਲੇ ਜਾਵਾਂਗੇ, ਠੀਕ ਹੈ, ਥੋੜ੍ਹਾ ਦੂਰ ਚਲੇ ਜਾਵਾਂਗੇ। ਹਾਂ, ਇਹ ਸਹੀ ਹੈ, ਅਸੀਂ ਟਰੂ ਜੋ ਇਹਦਾ ਸਾਈਨ ਹੁੰਦਾ ਹੈ ਟਰੂ ਦਾ ਯਾਨੀ ਕਿ ਸਹੀ ਦਾ, ਉਹ ਜੋ ਹੈ ਟਿਕ ਲਗਾਵਾਂਗੇ। ਸੈਕਿੰਡ ਹੈ ਟੈਲ ਦੈਮ ਅਬਾਊਟ ਦਾ ਹਾਰਮਫੁਲ ਇਫੈਕਟਸ ਆਫ ਓਪਨ ਡੈਫੀਕੇਸ਼ਨ। ਵੀ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਦੇ ਹਾਰਮਫੁਲ ਇਫੈਕਟਸ ਦਾ ਮੀਨਿੰਗ ਹੁੰਦਾ ਹੈ ਵੀ ਨੁਕਸਾਨ। ਹਾਰਮਫੁਲ ਹੁੰਦਾ ਹੈ ਇੱਕ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ, ਅਤੇ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਦੇ ਨੁਕਸਾਨ ਕੀ ਨੇ ਇਹ ਅਸੀਂ ਉਹਨਾਂ ਨੂੰ ਸਮਝਾਵਾਂਗੇ। ਇਹ ਵੀ ਜੋ ਹੈ ਬਿਲਕੁਲ ਸਹੀ ਹੈ, ਟਰੂ ਹੈ। ਥਰਡ ਹੈ ਜੀ ਇਨਫੋਰਮ ਦਾ ਸਰਪੰਚ ਆਫ ਦਾ ਵਿਲੇਜ। ਵੀ ਜੋ ਵਿਲੇਜ ਦੇ ਜੋ ਸਰਪੰਚ ਨੇ ਯਾਨੀ ਕਿ ਜੋ ਪਿੰਡ ਦਾ ਜੋ ਸਰਪੰਚ ਹੈ, ਪਿੰਡ ਦੇ ਜੋ ਸਰਪੰਚ ਨੇ ਉਹਨਾਂ ਨੂੰ ਇਨਫੋਰਮ ਕਰਾਂਗੇ ਵੀ ਇਹਨਾਂ ਬੰਦਿਆਂ ਨੂੰ ਓਪਨ ਡੈਫੀਕੇਸ਼ਨ ਤੋਂ ਵੀ ਇੱਦਾਂ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਤੋਂ ਜੋ ਹੈ ਰੋਕੇ ਅਤੇ ਸਮਝਾਏ। ਹਾਂ, ਬਿਲਕੁਲ ਇਹ ਵੀ ਜੋ ਹੈ ਸਹੀ ਹੈ, ਇਹ ਜੋ ਹੈ ਟਰੂ ਹੈ। ਫੋਰਥ ਹੈ ਜੀ ਥਰੋ ਸਟੋਨਸ ਐਟ ਦੋਜ਼ ਪੀਪਲ। ਵੀ ਅਸੀਂ ਉਹਨਾਂ ਲੋਕਾਂ ਨੂੰ ਵੱਟੇ ਮਾਰਾਂਗੇ ਜਾਂ ਉਹਨਾਂ ਲੋਕਾਂ ਦੇ ਉੱਪਰ ਜੋ ਹੈ ਵੱਟੇ ਸੁੱਟਾਂਗੇ, ਤਾਂ ਇਹ ਜੋ ਹੈ ਬਿਲਕੁਲ ਰੋਂਗ ਹੈ, ਠੀਕ ਹੈ। ਇੱਦਾਂ ਅਸੀਂ ਕਿਸੇ ਨੂੰ ਵੀ ਜੋ ਹੈ ਮਤਲਬ ਇੰਜਰਡ ਨਹੀਂ ਕਰ ਸਕਦੇ ਹਾਂ, ਕਿਸੇ ਨੂੰ ਅਸੀਂ ਵੱਟੇ ਜੋ ਹੈ ਨਹੀਂ ਮਾਰਨੇ ਹੈ, ਇਹ ਬਿਲਕੁਲ ਰੋਂਗ ਹੈ। ਵੀ ਥਰੋ ਸਟੋਨਸ ਐਟ ਦੋਜ਼ ਪੀਪਲ ਇਹ ਬਿਲਕੁਲ ਜੋ ਹੈ ਗਲਤ ਹੈ, ਰੋਂਗ ਹੈ। ਹਾਂਜੀ। ਫਿਫਥ ਹੈ ਇਨਕਰੇਜ ਦੈਮ ਟੂ ਯੂਜ਼ ਟੋਇਲੇਟਸ। ਵੀ ਉਹਨਾਂ ਨੂੰ ਅਸੀਂ ਇਨਕਰੇਜ ਕਰੀਏ ਟੋਇਲੇਟਸ ਦੇ ਯੂਜ਼ ਕਰਨ ਵਾਸਤੇ, ਵੀ ਉਹ ਵੱਧ ਤੋਂ ਵੱਧ ਜੋ ਹੈ ਉਹ ਜੋ ਘਰ ਦੇ ਵਿੱਚ ਜੋ ਟੋਇਲੇਟ ਬਣਿਆ ਹੋਇਆ ਹੈ ਉਸ ਦਾ ਯੂਜ਼ ਕਰਨ, ਉਹਦੇ ਵਾਸਤੇ ਅਸੀਂ ਉਹਨਾਂ ਨੂੰ ਇਨਕਰੇਜ ਕਰੀਏ, ਠੀਕ ਹੈ। ਤਾਂ ਇਹ ਜੋ ਹੈ ਇਨਕਰੇਜ ਹੁੰਦਾ ਹੈ ਵੀ ਉਹਨਾਂ ਨੂੰ ਅਸੀਂ ਉਹਦੇ ਫਾਇਦੇ ਦੱਸੀਏ ਵੀ ਟੋਇਲੇਟਸ ਨੂੰ ਘਰ ਦੇ ਵਿੱਚ ਜੋ ਬਣਿਆ ਹੋਇਆ ਉਹਦਾ ਯੂਜ਼ ਕਰਨ ਦੇ, ਅਤੇ ਉਹਨਾਂ ਨੂੰ ਉਹ ਕਿਸੇ ਕੰਮ ਨੂੰ ਕਰਨ ਵਾਸਤੇ ਜੋ ਹੈ ਪ੍ਰੇਰਿਤ ਕਰੀਏ, ਠੀਕ ਹੈ। ਇਹ ਮੀਨਿੰਗ ਹੁੰਦਾ ਹੈ ਇਨਕਰੇਜ ਦਾ। ਤਾਂ ਇਹ ਜੋ ਹੈ ਬਿਲਕੁਲ ਸਹੀ ਹੈ, ਟਰੂ ਹੈ। ਨੈਕਸਟ ਇੱਕ ਐਕਟੀਵਿਟੀ ਸਾਨੂੰ ਇਹਨਾਂ ਨੇ ਦੇ ਰੱਖੀ ਹੈ ਪ੍ਰੀਪੇਅਰ ਅ ਸ਼ੋਰਟ ਸਪੀਚ ਔਨ ਦਾ ਟੋਪਿਕ ਹੈਲਦੀ ਹੈਬਿਟਸ ਫॉर ਮਾਰਨਿੰਗ ਅਸੈਂਬਲੀ। ਹੈਲਦੀ ਹੈਬਿਟਸ ਨਾਂ ਦੇ ਟੋਪਿਕ 'ਤੇ ਜੋ ਹੈ ਇੱਕ ਸ਼ੋਰਟ ਸਪੀਚ ਜੋ ਹੈ ਪ੍ਰੀਪੇਅਰ ਕਰਨੀ ਹੈ, ਅਤੇ ਇਨਕਰੇਜ ਦਾ ਸਟੂਡੈਂਟਸ ਟੂ ਮੇਕ ਸਲੋਗਨਸ ਐਂਡ ਪੋਸਟਰਸ ਰਿਲੇਟਿਡ ਟੂ ਅਵੇਅਰਨੈਸ ਅਬਾਊਟ ਹੈਲਦੀ ਹੈਬਿਟਸ। ਅਤੇ ਸਲੋਗਨਸ ਅਤੇ ਪੋਸਟਰਸ ਜੋ ਹੈ ਉਹ ਬਣਾਉਣੇ ਹੈ ਸਟੂਡੈਂਟਸ ਨੂੰ, ਠੀਕ ਹੈ, ਰਿਲੇਟਿਡ ਟੂ ਅਵੇਅਰਨੈਸ। ਅਵੇਅਰਨੈਸ ਹੁੰਦਾ ਹੈ ਜਾਗਰੂਕਤਾ ਫੈਲਾਉਣਾ ਯਾਨੀ ਕਿ ਲੋਕਾਂ ਨੂੰ ਦੱਸਣਾ ਅਬਾਊਟ ਹੈਲਦੀ ਹੈਬਿਟਸ। ਹੈਲਦੀ ਹੈਬਿਟਸ ਦੀ ਬਾਰੇ ਲੋਕਾਂ ਨੂੰ ਦੱਸਣ ਵਾਸਤੇ ਸਲੋਗਨਸ ਅਤੇ ਪੋਸਟਰਸ ਬਣਾਉਣ ਵਾਸਤੇ ਜੋ ਹੈ ਸਟੂਡੈਂਟਸ ਨੂੰ ਇਨਕਰੇਜ ਕਰਨਾ। ਸਟੇ ਕਲੀਨ, ਸਟੇ ਹੈਲਦੀ। ਲਾਸਟ ਇਹਨਾਂ ਨੇ ਸਾਨੂੰ ਦੇ ਰੱਖਿਆ ਹੈ ਥਿੰਕ ਓਵਰ ਇਟ। ਹਾਂਜੀ। ਇਹਨਾਂ ਨੇ ਥਿੰਕ ਓਵਰ ਇਟ ਦੇ ਵਿੱਚ ਕਿਹਾ ਹੈ ਏ ਹਾਊਸ ਫਲਾਈ ਕੈਨ ਕੈਰੀ 9 mg। mg ਦਾ ਮੀਨਿੰਗ ਕੀ ਹੁੰਦਾ ਹੈ ਮੈਥਮੈਟਿਕਸ ਦੇ ਵਿੱਚ ਮੈਂ ਦੱਸਿਆ ਹੋਇਆ ਹੈ, ਜਿਹੜਾ ਸਮਾਲ m ਹੈ ਉਹ ਮਿਲੀ ਵਾਸਤੇ ਯੂਜ਼ ਹੁੰਦਾ ਹੈ, ਮਿਲੀਗ੍ਰਾਮ, ਠੀਕ ਹੈ। g ਯੂਜ਼ ਹੁੰਦਾ ਹੈ ਗ੍ਰਾਮ ਵਾਸਤੇ, m ਯੂਜ਼ ਹੁੰਦਾ ਹੈ ਮਿਲੀ ਵਾਸਤੇ। ਏ ਹਾਊਸ ਫਲਾਈ ਕੈਨ ਕੈਰੀ 9 mg ਆਫ ਫੈਕਲ ਮੈਟਰ ਔਨ ਇਟਸ ਲੈਗਸ।
ਫੈਕਲ ਮੈਟਰ ਹੁੰਦਾ ਹੈ ਵੀ ਗੰਦਗੀ ਕਹਿ ਸਕਦੇ ਹੋ ਤੁਸੀਂ, ਵੀ ਜੋ ਸ਼ੌਚ ਵਾਲਾ ਜੋ ਮਤਲਬ ਮੈਟੀਰੀਅਲ ਹੁੰਦਾ ਹੈ, ਜੋ ਸ਼ੌਚ ਵਾਲਾ ਜੋ ਪਦਾਰਥ ਹੁੰਦਾ ਹੈ, ਉਸ ਨੂੰ ਜੋ ਹੈ ਫੈਕਲ ਮੈਟਰ ਕਿਹਾ ਜਾਂਦਾ ਹੈ, ਗੰਦਗੀ ਕਹਿ ਸਕਦੇ ਹੋ। ਵੀ ਜੋ ਘਰ ਵਾਲੀ ਮੱਖੀ ਹੈ, ਹਾਊਸ ਫਲਾਈ, ਤਾਂ ਘਰ ਵਾਲੀ ਜੋ ਮੱਖੀ ਹੈ ਉਹ ਆਪਣੀ ਲੈਗਸ ਤੇ ਯਾਨੀ ਕਿ ਲੱਤਾਂ ਤੇ ਜੋ ਹੈ ਉਹ 9 ਮਿਲੀਗ੍ਰਾਮ ਸ਼ੌਚ ਵਾਲਾ ਜੋ ਗੰਦਾ ਜੋ ਪਦਾਰਥ ਹੈ ਉਹ ਜੋ ਹੈ ਕੈਰੀ ਹੁੰਦਾ ਹੈ, ਨਾਲ ਲੈ ਕੇ ਜਾਣਾ, ਵੀ ਨਾਲ ਲੈ ਕੇ ਜੋ ਹੈ ਉਹ ਘੁੰਮ ਜਾਂਦੀ ਹੈ। ਤੇ ਅਗਰ ਉਹ ਸਾਡੇ ਖਾਣੇ ਦੇ ਉੱਪਰ ਆ ਕੇ ਬੈਠ ਜਾਂਦੀ ਹੈ ਤਾਂ ਉਹੀ 9 ਮਿਲੀਗ੍ਰਾਮ ਜੋ ਫੀਕਲ ਮੈਟਰ ਹੈ, ਯਾਨੀ ਕਿ ਉਹ ਜੋ ਗੰਦਗੀ ਹੈ ਸਾਡੇ ਖਾਣੇ ਤੇ ਜੋ ਹੈ ਉਹ ਛੱਡ ਜਾਂਦੀ ਹੈ। ਤੇ ਇਹੀ ਰੀਜ਼ਨ ਹੈ ਕਿ ਇਸ ਚੈਪਟਰ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਵੀ ਅਸੀਂ ਓਪਨ ਡੈਫੀਕੇਸ਼ਨ ਨਾ ਕਰੀਏ, ਵੀ ਅਸੀਂ ਖੁੱਲ੍ਹੇ ਦੇ ਵਿੱਚ ਸ਼ੌਚ ਨਾ ਕਰੀਏ। ਵੀ ਅਗਰ ਓਪਨ ਡੈਫੀਕੇਸ਼ਨ ਨਾ ਕਰਾਂਗੇ ਤਾਂ ਜਦ ਕੋਈ ਗੰਦਾ ਮਟੀਰੀਅਲ ਹੀ ਨਹੀਂ ਹੋਏਗਾ ਤਾਂ ਫਿਰ ਉਸ ਮੱਖੀ ਨੂੰ ਲਿਜਾਣ ਵਾਸਤੇ ਕੁਝ ਮਿਲੇਗਾ ਹੀ ਨਹੀਂ, ਕੋਈ ਗੰਦਗੀ ਮਿਲੇਗੀ ਹੀ ਨਹੀਂ। ਹਾਂਜੀ, ਸੈਕਿੰਡ ਹੈ, ਏ ਸਿੰਗਲ ਪਰਸਨ ਫਰੋਮ ਅ ਵਿਲੇਜ defecating in the open can cause disease to many others, as a housefly can fly to cover an area up to 3 ਕਿਲੋਮੀਟਰ। ਵੀ ਅਗਰ ਸਿੰਗਲ ਪਰਸਨ, ਵੀ ਅਗਰ ਇੱਕ ਇਕੱਲਾ ਬੰਦਾ ਜੋ ਹੈ ਪਿੰਡ ਦੇ ਵਿੱਚ ਅਗਰ ਉਹ ਖੁੱਲ੍ਹੇ ਦੇ ਵਿੱਚ ਸ਼ੌਚ ਕਰਦਾ ਹੈ, ਯਾਨੀ ਕਿ ਓਪਨ ਦੇ ਵਿੱਚ ਡੈਫੀਕੇਟਿੰਗ ਕਰਦਾ ਹੈ, ਖੁੱਲ੍ਹੇ ਦੇ ਵਿੱਚ ਸ਼ੌਚ ਕਰਦਾ ਹੈ, ਤਾਂ ਉਹ ਜੋ ਹੈ ਕਈ ਸਾਰੇ ਬੰਦਿਆਂ ਦੀ ਬਿਮਾਰੀਆਂ ਦਾ ਜੋ ਹੈ ਉਹ ਕਾਰਨ ਬਣ ਸਕਦਾ ਹੈ। ਇਹਦਾ ਕਾਰਨ ਇਹ ਹੈ ਵੀ ਜੋ ਮੱਖੀ ਹੈ, ਘਰ ਵਾਲੀ ਜੋ ਮੱਖੀ ਹੈ ਹਾਊਸ ਫਲਾਈ, ਉਹ ਜੋ ਹੈ 3 ਕਿਲੋਮੀਟਰ ਦੇ ਏਰੀਆ ਤੱਕ ਜੋ ਹੈ ਉਹ ਜਾ ਸਕਦੀ ਹੈ। ਯਾਨੀ ਕਿ ਜੋ 9 ਮਿਲੀਗ੍ਰਾਮ ਦੀ ਗੰਦਗੀ ਉਹਦੀ ਲੈਗਸ ਦੇ ਨਾਲ ਲੱਗੀ ਹੁੰਦੀ ਹੈ, ਉਸ ਗੰਦਗੀ ਨੂੰ ਉਹ ਪਿੰਡ ਦੇ ਆਲੇ ਦੁਆਲੇ ਦੇ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਜੋ ਹੈ ਉਹ ਸਪਰੈਡ ਕਰ ਸਕਦੀ ਹੈ, ਫੈਲਾ ਸਕਦੀ ਹੈ। ਤਾਂ ਸਾਨੂੰ ਜੋ ਹੈ ਓਪਨ ਡੈਫੀਕੇਸ਼ਨ ਯਾਨੀ ਕਿ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਨੂੰ ਬਿਲਕੁਲ ਜੋ ਹੈ ਰੋਕਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਵੀ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਦੇ ਕੀ ਜੋ ਹੈ ਨੁਕਸਾਨ ਹਨ।